ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਉੱਗੇ ਸਿੱਖ ਵਿਦਵਾਨ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਯੂਐਸ ਤੋਂ। ਸਰਦਾਰ ਸਾਹਿਬ ਜਿਉਂ ਆਇਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ। ਫਤਿਹ। ਲਾਂਬਾ ਸਾਹਿਬ, ਜਦੋਂ ਔਖਾ ਸਵਾਲ ਪੈਂਦਾ ਹੈ ਤਾਂ ਤੁਹਾਡੇ ਵੱਲ ਭੱਜੀਦਾ ਹੈ। ਮੇਰਾ ਇੱਕ ਮਿੱਤਰ ਮੈਨੂੰ ਕਹਿੰਦਾ ਕਿ ਤੁਹਾਡੇ ਯਾਰ ਸਿੱਖਾਂ ਦੀਆਂ ਮੰਗਾਂ ਤੇ ਸ਼ਿਕਾਇਤਾਂ ਹੀ ਨਹੀਂ ਮੁੱਕਦੀਆਂ, ਸਰਕਾਰ ਜਿਹੜੀ ਮਰਜ਼ੀ ਆ ਜੇ ਤੁਸੀਂ ਰੋਂਦੇ ਹੀ ਰਹਿੰਦੇ ਹੋ। ਮੈਨੂੰ ਅੱਖਰ ਤੇ ਚੁੱਭਿਆ ਥੋੜਾ ਜਿਹਾ, ਮੈਨੂੰ ਸਮਝ ਨਹੀਂ ਆਈ ਵੀ ਮੈਂ ਇਹਦਾ ਜਵਾਬ ਕੀ ਦਿਆਂ। ਆਖੇ ਤੁਹਾਡੀਆਂ ਕੋਈ ਮੰਗਾਂ ਹੈਗੀਆਂ ਵੀ ਆ ਕਿ ਨਹੀਂ? ਜੇ ਹੈਗੀਆਂ ਤੇ ਦੱਸੋ, ਪਤਾ ਲੱਗੇ ਉਹ ਜਾਇਜ਼ ਵੀ ਨੇ ਕਿ ਨਹੀਂ, ਕਿ ਐਵੇਂ ਭਰਮ ਪਾਲੀ ਫਿਰਦੇ ਹੋ। ਸੋ ਇਹ ਸਵਾਲ ਲੈ ਕੇ ਮੈਂ ਸਿੱਧਾ ਤੁਹਾਡੇ ਕੋਲ ਹੈ। ਹੁਣ ਤੁਸੀਂ ਮੈਨੂੰ ਦੱਸੋ ਵੀ ਇਹਦਾ ਜੇ ਆਨਸਰ ਕਰਨਾ ਤਾਂ ਮੈਂ ਕੀ ਕਰਾਂ। ਆਖੇ ਆਜ਼ਾਦੀ ਤੋਂ ਬਾਅਦ ਤੇ ਆਜ਼ਾਦੀ ਤੋਂ ਪਹਿਲਾਂ ਤੁਸੀਂ ਸਦਾ ਸਟਰਗਲ ਚ ਹੀ ਹੋ, ਔਰ ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਬੜੇ ਮਹਾਨ ਆ। ਲੇਕਿਨ ਜਦੋਂ ਵੀ ਕੋਈ ਮਾਮਲਾਤ ਸਾਹਮਣੇ ਪੈਂਦੇ ਆ, ਨਾ ਉਹਦਾ ਸਿਰ ਹੁੰਦਾ ਨਾ ਮੂੰਹ ਹੁੰਦਾ। ਹੁਣ ਇਸ ਮਾਮਲੇ ਨੂੰ ਤੁਸੀਂ ਸੁਲਝਾਓ ਜੀ, ਕਿ ਸਾਡੀਆਂ ਮੰਗਾਂ ਕਿਹੜੀਆਂ, ਸਾਡੀਆਂ ਲੜਾਈਆਂ ਕਾਹਦੀਆਂ, ਤੇ ਅਸੀਂ ਸਰਕਾਰਾਂ ਦੇ ਨਾਲ ਉਲਝੇ ਹੀ ਕਿਉਂ ਰਹਿੰਦੇ ਆ, ਤਾਂ ਕਿ ਘੱਟੋ ਘੱਟ ਇੱਕ ਸੰਵਾਦ, ਇੱਕ ਚਰਚਾ, ਇੱਕ ਡਿਸਕਸ਼ਨ ਅੱਗੇ ਤਾਂ ਵਧੇ। ਜੇ ਸਾਡੀਆਂ ਮੰਗਾਂ ਨੇ ਤੇ ਭਾਈ ਸਰਕਾਰਾਂ ਮੰਨਦੀਆਂ ਕਿਉਂ ਨਹੀਂ, ਇਹਨਾਂ ਨੂੰ ਕੀ ਮੁਸ਼ਕਲ ਹੈ, ਦੱਸਿਓ ਜ਼ਰਾ। ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ, ਕਿਉਂਕਿ ਜਿਹੜਾ ਤੁਸੀਂ ਮਸਲਾ ਲਿਆ, ਵਾਕਈ ਅਗਰ ਇਤਿਹਾਸਕ ਤੌਰ ਦੇ ਉੱਤੇ ਵੇਖਿਆ ਜਾਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ ਆਗਮਨ ਹੁੰਦਾ ਹੈ ਤਾਂ ਉਸ ਵੇਲੇ ਵੀ ਉਹਨਾਂ ਨੂੰ ਲਿਖਣਾ ਪਿਆ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜੰਗਾਂ ਹੁੰਦੀਆਂ ਜਹਾਂਗੀਰ ਦੇ ਵੇਲੇ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੇ ਸਾਰੇ ਦਾ ਸਾਰਾ ਹੀ ਪਹਿਲਾਂ ਉਹਨਾਂ ਦੀਆਂ ਜੰਗਾਂ ਜਿਹੜੀਆਂ, ਪਹਿਲੀ ਜਿਹੜੀ ਜੰਗ ਹੁੰਦੀ ਹੈ ਉਹ ਪਹਾੜੀ ਰਾਜਿਆਂ ਦੇ ਨਾਲ ਹੁੰਦੀ ਹੈ, ਔਰ ਉਹਦੇ ਬਾਅਦ ਵੀ ਮੁਗਲਾਂ ਨਾਲ ਹੁੰਦੀਆਂ। ਸਾਰਾ ਕੁਝ ਹੁੰਦਾ, ਲਗਾਤਾਰ ਚੱਲਦਾ ਰਿਹਾ। 18ਵੀਂ ਸਦੀ ਤੇ ਪੂਰੀ ਦੀ ਪੂਰੀ ਬੀਤ ਜਾਂਦੀ ਹੈ। ਉੱਥੋਂ ਉਹ ਹਕੂਮਤ ਜਿਹੜੀ ਬਾਹਰੋਂ ਆਈ ਸੀ ਉਹ ਖਤਮ ਹੁੰਦੀ ਹੈ, ਅੰਗਰੇਜ਼ ਆ ਜਾਂਦੇ। ਅੰਗਰੇਜ਼ਾਂ ਨਾਲ ਸ਼ੁਰੂ ਹੋ ਜਾਂਦਾ ਹੈ ਗੁਰਦੁਆਰਾ ਸੁਧਾਰ ਲਹਿਰ ਦੀ। ਫਿਰ ਉਹਦੇ ਬਾਅਦ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਥੋੜੀ ਦੇਰ ਠੱਲ ਪੈਂਦੀ ਹੈ, ਮਗਰ ਜਦੋਂ ਮੁਲਕ ਦੀ ਆਜ਼ਾਦੀ ਹੁੰਦੀ ਹੈ 1947 ਦੇ ਬਾਅਦ, ਜਿਹੜੀ ਭਾਰਤ ਸਰਕਾਰ ਹੈ, ਜਿਹੜੀ ਕਾਂਗਰਸ ਸਰਕਾਰ ਸੀ, ਉਹਦੇ ਨਾਲ ਉਲਝ ਜਾਂਦੇ ਹੈ। ਆਖਿਰ ਉਹ ਕਿਹੜੀ ਚੀਜ਼ਾਂ ਸੀਗੀਆਂ? ਪਹਿਲੀ ਗੱਲ ਤਾਂ ਇੱਕ ਹੈਗੀ ਹੈ ਕਿ 1947 ਤੋਂ ਪਹਿਲੇ ਔਰ 1947 ਤੋਂ ਬਾਅਦ ਦੀਆਂ ਇਹ ਦੋ ਮੁੱਖ ਖਿੱਤੇ ਕਹਿ ਲਓ, ਹਿੱਸੇ ਕਹਿ ਲਓ। 1947 ਮੁਗਲਾਂ ਦੇ ਵੇਲੇ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ, ਮੈਨੂੰ ਬਹੁਤ ਬਰੀਫਲੀ ਦੱਸਦੇ ਹਾਂ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਮੁਗਲ ਇਹ ਕਹਿੰਦੇ ਸੀ ਕਿ ਸਿੱਖ ਖਤਮ ਕਰ ਦੇਣੇ ਆ, ਇਹਨਾਂ ਨੂੰ ਖਤਮ ਕਰ ਦੇਣਾ ਹੈ। ਮਗਰ ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਂਦਾ ਹੈ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕਰਨ ਲਈ ਪੰਜਾਬ ਆਜ਼ਾਦ ਹੈ, ਮਗਰ ਜਿਹਨੂੰ ਸ਼ਾਹ ਮੁਹੰਮਦ ਨੇ ਲਿਖਿਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਹਿੰਦੁਸਤਾਨ ਪੂਰੇ ਨੇ ਮਿਲ ਕੇ ਪੰਜਾਬ ਨੂੰ ਗੁਲਾਮ ਬਣਾਉਂਦਾ। ਔਰ ਉਹ ਜਦੋਂ ਹੋ ਜਾਂਦਾ ਹੈ, ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਚੀਜ਼ ਕਹੀ, ਪੰਡਿਤ ਜਵਾਹਰ ਲਾਲ ਨਹਿਰੂ ਨੇ ਡਿਸਕਵਰੀ ਆਫ ਇੰਡੀਆ 'ਚ ਲਿਖਿਆ, ਕਹਿੰਦਾ ਹੈ ਕਿ ਬੜੀ ਇਟ ਗੋਜ਼ ਟੂ ਦਾ ਕ੍ਰੈਡਿਟ ਆਫ ਦਾ ਬ੍ਰਿਟਿਸ਼ਰਸ, ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਦੁਸ਼ਮਣ ਸੀ ਉਹਨਾਂ ਨੇ ਆਪਣੇ ਨਾਲ ਕਿੱਦਾਂ ਰਲਾਇਆ। ਔਰ ਉਹ ਕਿਸ ਤਰ੍ਹਾਂ ਰਲਾਇਆ, ਉਹ ਬੜਾ ਇੱਕ ਤਰੀਕਾ ਸੀ। ਅੰਗਰੇਜ਼ਾਂ ਦੀ ਇੱਕ ਸੋਚ ਸੀ ਕਿ ਸਿੱਖਾਂ ਨੂੰ ਧਰਮ ਦੇ ਵਿੱਚ ਪੱਕਿਆਂ ਕਰੋ, ਧਰਮ ਦੀ ਸਹੁੰ ਚੁਕਾਓ। ਉਹਦੇ 'ਚ ਫੌਜ ਵਿੱਚ ਪਾਹੁਲ ਅੰਮ੍ਰਿਤ ਛਕਣਾ ਲਾਜ਼ਮੀ ਸੀ। ਪਿਤਾ ਜੀ ਫੌਜ ਵਿੱਚ ਸੀ, ਦੱਸਦੇ ਸੀ। ਅੰਗਰੇਜ਼ ਜਿਹੜਾ ਕਮਾਂਡਰ ਹੁੰਦਾ ਸੀ, ਟਰੁੱਪ ਕਮਾਂਡਰ, ਉਹ ਆ ਕੇ ਪਤਲੂਨ ਉਤਾਰ ਕੇ ਦੇਖਦਾ ਸੀ ਔਰ ਕਿ ਕਛਹਿਰਾ ਪਾਇਆ ਕਿ ਨਹੀਂ, ਔਰ ਪੁੱਛਦਾ ਸੀ ਜਵਾਨ ਮੀਠਾ ਪਾਣੀ ਪੀਆ ਕਿ ਨਹੀਂ। ਯਾਨੀ ਕਿ ਉਹਨਾਂ ਨੇ ਧਰਮ ਵਿੱਚ ਗੁਰਦੁਆਰਾ ਐਕਟ ਤੱਕ ਉਹਨਾਂ ਨੇ ਦਖਲ ਦਿੱਤਾ, ਮਗਰ ਉਹ ਬਣਨ ਤੋਂ ਬਾਅਦ 1925 ਤੋਂ 1947 ਤੱਕ ਉਹਨਾਂ ਨੇ ਕੋਈ ਦਖਲ ਨਹੀਂ ਦਿੱਤਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ 1947 ਤੋਂ ਬਾਅਦ ਇੱਕਦਮ ਜਿਹੜੀ ਹੈ ਪਾਲਿਸੀ ਚੇਂਜ ਹੋਈ ਹੈ, ਉਹਦੇ ਵਿੱਚ ਧਰਮ ਦਾ ਪੱਖ ਜਿਹੜਾ ਬਿਲਕੁਲ ਖਤਮ ਕਰ ਦਿੱਤਾ ਗਿਆ। ਔਰ ਜਿਹੜੇ ਉਹ ਲਗਾਤਾਰ ਇੱਕ ਤੋਂ ਬਾਅਦ ਇੱਕ, ਜਿਹਨੂੰ ਇੱਕ ਲਾਈਨ ਕਿਸੇ ਨੇ ਬੜੀ ਸੋਹਣੀ ਕਹੀ ਸੀ ਕਿ 1947 ਦਾ ਕੀ ਅਸਰ ਹੋਇਆ, ਕਹਿੰਦਾ ਐਸੇ ਵੈਸੇ ਕੈਸੇ ਕੈਸੇ ਹੋ ਗਏ, ਕੈਸੇ ਕੈਸੇ ਐਸੇ ਵੈਸੇ ਹੋ ਗਏ। ਸਿੱਖਾਂ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ 47 ਤੋਂ ਬਾਅਦ ਕਿ ਇੱਕ ਪਰਿੰਦਾ ਹੈ, ਪਰ ਮਾਰ ਮਾਰ ਕੇ ਆਪਣੇ ਪਿੰਜਰਾ ਤੋੜ ਦਿੰਦਾ, ਪਰ ਜਦੋਂ ਉੱਡਣ ਦਾ ਵੇਲਾ ਆਂਦਾ ਦੇਖਦਾ ਹੈ ਇਸ ਜੱਦੋ ਜਹਿਦ ਵਿੱਚ ਉਹਦੇ ਪਰ ਵੀ ਟੁੱਟ ਜਾਂਦੇ ਆ। खुश हुआ था तोड़कर अपने कफस की तीलियां, हाय कह के रह गया टूटे परों को देखकर।
ਮੁੱਖ ਮੁੱਦਾ ਜਿਹੜਾ ਮੇਨ ਇੱਕ ਡਿਮਾਂਡ ਹੈਗੀ ਹੈ ਜਿਹੜੀ ਕਿ ਸਭ ਤੋਂ ਵੱਡੀ ਸੀ, ਮੁਗਲ ਇਹ ਕਹਿੰਦੇ ਸੀ ਕਿ ਸਿੱਖਾਂ ਨੂੰ ਖਤਮ ਕਰ ਦੇਣਾ, ਉਹ ਇਹਨਾਂ ਦੀ ਹੋਂਦ ਮੰਨਦੇ ਸੀ। ਪਰ ਅੱਜ ਦੀ ਤਰੀਕ ਤੱਕ ਭਾਰਤ ਦੇ ਵਿੱਚ ਸਿੱਖਾਂ ਨੂੰ ਅਹਿਸਾਸ ਹੈ ਕਿ ਇਹ ਸਾਡੀ ਹੋਂਦ ਨੂੰ ਹੀ ਮੰਨਣ ਤੋਂ ਇਨਕਾਰੀ ਹਨ। ਇਹ ਮੰਨਣ ਨੂੰ ਤਿਆਰ ਨਹੀਂ ਕਿ ਸਿੱਖ ਇੱਕ ਆਜ਼ਾਦ ਵੱਖਰੀ ਕੌਮ ਹੈ। ਇਹ ਜਿਹੜੀ ਮੇਨ ਚੀਜ਼ ਹੋ ਗਈ। ਉਸ ਦੇ ਦੌਰਾਨ ਫਿਰ ਉਹਦੇ ਵਿੱਚੋਂ ਉਸ ਨੂੰ ਕਰਨ ਲਈ ਵਕਤ ਦੇ ਉੱਤੇ ਕਿੰਨੇ ਇਸ਼ੂ ਨਿਕਲਦੇ ਆ, ਉਹ ਇੱਕ ਲੰਬੀ ਲਿਸਟ ਹੈ। ਪਰ ਮੈਂ ਉਹਨਾਂ ਦਾ ਹੱਲ ਜਿਹੜਾ ਤਰੀਕਾ ਇਹ ਹੈ, ਜਿਹੜਾ ਮੁੱਦਾ ਹੈ, ਮੈਨੂੰ ਅੱਜ ਯਾਦ ਆਉਂਦੀ ਹੈ ਆਪਣੇ ਮਾਤਾ ਜੀ ਦੀ ਇਸ ਵੇਲੇ। ਉਹ ਇੱਕ ਬੜੀ ਛੋਟੀ ਜੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ। ਉਹ ਕਹਿੰਦੇ ਸੀ ਕਿ ਦੋ ਭਰਾ ਸੀਗੇ। ਵੱਡਾ ਭਰਾ ਜਿਹੜਾ ਸੀਗਾ ਉਹ ਥੋੜਾ ਚਾਲਾਕ ਸੀ ਤੇ ਛੋਟਾ ਭਰਾ ਬਹੁਤ ਫਰਮਾਬਰਦਾਰ ਔਰ ਸਿੱਧਾ ਸੀ। ਉਹਨੇ ਇੱਕ ਮੱਝ ਸੀ ਉਹਨਾਂ ਕੋਲ, ਤੇ ਵੱਡੇ ਭਰਾ ਨੇ ਕਿਹਾ ਮੱਝ ਦਾ ਅਗਲਾ ਹਿੱਸਾ ਤੇਰਾ, ਪਿਛਲਾ ਮੇਰਾ, ਔਰ ਇਹ ਰਜਾਈ ਦਿਨ ਵੇਲੇ ਤੇਰੀ, ਰਾਤ ਵੇਲੇ ਮੇਰੀ। ਉਹ ਵਿਚਾਰਾ ਦਿਨ ਵੇਲੇ ਉਹਨੂੰ ਪੱਠੇ ਪਾਏ ਤੇ ਸ਼ਾਮ ਵੇਲੇ ਦੁੱਧ ਵੱਡਾ ਭਰਾ ਚੋ ਲਵੇ। ਉਹ ਦਿਨ ਵੇਲੇ ਰਜਾਈ ਛੋਟਾ ਭਰਾ ਸਾਂਭੇ ਤੇ ਸ਼ਾਮ ਵੇਲੇ ਉਹ ਰਜਾਈ ਵੱਡਾ ਭਰਾ ਲੈ ਜਾਏ। ਉਹ ਫਿਰ ਕਹਿੰਦਾ ਕਿਸੇ ਸਿਆਣੇ ਕੋਲ ਗਿਆ ਤੇ ਉਹਨੇ ਕਿਹਾ ਤੂੰ ਇਦਾਂ ਕਰ ਕਿ ਤੂੰ ਇਹ ਜਿਹੜੀ ਰਜਾਈ ਹੈ ਨਾ, ਦਿਨ ਵੇਲੇ ਇਹਨੂੰ ਭਿਉਂ ਦਿਆ ਕਰ, ਤੇਰੀ ਹੈਗੀ ਹੈ, ਫਿਰ ਸ਼ਾਮ ਨੂੰ ਉਹਨੂੰ ਦੇ ਦਿਆ ਕਰ। ਤੇ ਮੱਝ ਜਿਹੜੀ ਹੈ ਨਾ, ਤੂੰ ਪੱਠੇ ਪਾ, ਸ਼ਾਮ ਵੇਲੇ ਜਿਸ ਵੇਲੇ ਚੋਣ ਲੱਗੇ ਉਹਦੇ ਮੂੰਹ ਤੇ ਡੰਡਾ ਮਾਰੀ। ਉਹਦੇ ਬਾਅਦ ਸਮਝੌਤਾ ਹੋ ਗਿਆ। ਸਵਾਲ ਇਹ ਹੈ ਕਿ ਇਹ ਮੰਗਾਂ ਦੀ ਲਿਸਟ ਹੈ, ਔਰ ਜੇ ਤੁਸੀਂ ਕਹੋਗੇ ਕਿ ਵਾਕਈ ਐਵੇਂ ਹੀ ਹੈ, ਐਵੇਂ ਨਹੀਂ ਹੈਗੀਆਂ। ਰੰਧਾਵਾ ਸਾਹਿਬ, ਮੈਂ ਇੱਕ ਐਗਜ਼ਾਮਪਲ ਸਿਰਫ ਤੁਹਾਨੂੰ ਦੇ ਦਿੰਦਾ, ਬੜੀ ਛੋਟੀ ਜੀ ਹੈ। ਸਭ ਤੋਂ ਵੱਡਾ ਰੋਲਾ ਪੈਂਦਾ ਹੈ, ਸਭ ਤੋਂ ਵੱਡਾ ਜਿੱਥੋਂ ਗੱਲ ਸ਼ੁਰੂ ਕੀਤੀ ਹੈ, ਉਹ ਹੈਗੀ ਹੈ ਧਾਰਾ 25 ਦੀ। ਬੜਾ ਛੋਟਾ ਜਿਹਾ ਮਸਲਾ ਹੈ, ਬਹੁਤ ਛੋਟਾ ਜਿਹਾ। ਧਾਰਾ 25 ਦੇ ਜਿਹੜਾ ਹੈਗਾ, ਔਰ ਮੈਨੂੰ ਪਤਾ ਹੈ ਕਿ ਜੋ ਮੈਂ ਗੱਲ ਕਰਨ ਲੱਗਾ ਉਹਦੇ ਚ ਕਈਆਂ ਨੂੰ ਹਜ਼ਮ ਵੀ ਨਹੀਂ ਹੋਏਗੀ, ਕਿਉਂਕਿ ਇਤਨਾ ਜ਼ਿਆਦਾ ਵਾਵ ਰੋਲਾ ਹੈ। ਸਾਡੇ ਵਿੱਚ ਕੋਈ ਨਿੱਠ ਕੇ ਬਹਿ ਕੇ ਡਾਕੂਮੈਂਟ ਨਹੀਂ ਦੇਖਦਾ। ਜਿਵੇਂ ਕਿਸੇ ਨੂੰ ਕਿਹਾ ਸੀ ਸਾਡੀ ਹਾਲਤ ਇਦਾਂ ਦੀ ਕਿ ਉਹਦੇ ਕਾਂ ਮਰਿਆ ਪਿਆ ਤੇ ਉਹ ਅਸਮਾਨ ਵੱਲ ਦੇਖਦਾ ਕਿੱਥੇ ਹੈ। ਧਾਰਾ 25 ਹਰ ਕੋਈ ਕਹੀ ਜਾ ਰਿਹਾ, ਹਰ ਕੋਈ ਰੋਲਾ ਪਾਈ ਜਾ ਰਿਹਾ। ਬਾਦਲ ਸਾਹਿਬ ਨੇ, ਬਰਨਾਲਾ ਸਾਹਿਬ ਨੇ ਜਾ ਕੇ ਉੱਥੇ ਬੰਗਲਾ ਸਾਹਿਬ ਜਾ ਕੇ ਇਹਨੂੰ ਸਾੜਿਆ ਵੀ, ਇਹਨੂੰ ਧਾਰਾ 25 ਸਾੜੀ। ਪਰ ਰੰਧਾਵਾ ਸਾਹਿਬ, ਇਸ ਫੋਰਮ ਤੇ, ਤੁਹਾਡੇ ਮਕਬੂਲ ਫੋਰਮ ਤੇ ਕਹਿਣੀ ਚਾਹੁੰਦਾ, ਧਾਰਾ 25 ਇੱਕੋ ਇੱਕ ਆਰਟੀਕਲ ਆਫ ਕਨਸਟੀਟਿਊਸ਼ਨ ਹੈ ਜਿਹੜੀ ਸਿੱਖਾਂ ਦੀ ਵੱਖਰੀ ਹੋਂਦ ਨੂੰ ਰੈਕਗਨਾਈਜ਼ ਕਰਦਾ। ਇਹ ਬਹੁਤ ਵੱਡੀ ਗੱਲ ਹੈ। ਇਹ ਔਰ ਮੇਰੇ ਨਾਲ ਜਿਹੜੇ ਸੀਨੀਅਰ ਸਿੱਖ ਵਕੀਲ ਔਰ ਚਿੰਤਕ ਹੈਗੇ ਆ, ਉਹ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਪਰ ਕਿਉਂਕਿ ਰੋਲਾ ਇੰਨਾ ਪੈ ਗਿਆ ਹੁੰਦਾ ਨਾ, ਉਹਦੇ ਕਰਕੇ ਉਹ ਭੁਲੇਖਾ ਪੈ ਜਾਂਦਾ। ਹੁਣ ਧਾਰਾ 25 ਇੱਕੋ ਇੱਕ ਸੈਕਸ਼ਨ ਆਰਟੀਕਲ ਹੈ ਜਿਹਦੇ ਵਿੱਚ ਸਿੱਖ ਲਫ਼ਜ਼ ਹੈ, ਜਿਹਦੇ ਵਿੱਚ ਕਿਰਪਾਨ ਦੀ ਆਜ਼ਾਦੀ ਦਿੱਤੀ ਗਈ ਹੈ। ਉਹਦੇ ਚ ਦਿੱਤਾ ਗਿਆ ਹੈ ਕਿ ਕਿਰਪਾਨਾਂ ਰੱਖਣ ਦੀ ਔਰ ਪਹਿਨਣ ਦੀ ਸਿੱਖਾਂ ਨੂੰ ਆਜ਼ਾਦੀ ਹੈ। ਹਾਂ, ਉਹਦੇ ਚ ਕੀ ਦਿੱਕਤ ਕੀ ਹੋ ਗਈ, ਉਹਦੀ ਜਿਹੜੀ ਧਾਰਾ, ਉਹਦੀ ਇੱਕ ਕਲੌਜ਼ ਹੈਗੀ ਹੈ 2B ਦੀ ਐਕਸਪਲੇਨੇਸ਼ਨ ਹੈਗੀ ਹੈ, ਐਕਸਪਲੇਨੇਸ਼ਨ 1, ਉਹਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਉਹ ਮੈਂ ਤੁਹਾਨੂੰ ਉਹਦੇ ਵਿੱਚ ਇਹ ਕੀਤਾ ਗਿਆ ਕਿ ਜਿਹੜੇ ਹਿੰਦੂ ਟੈਂਪਲਸ ਹੈਗੇ ਆ ਉਹਨਾਂ ਨੂੰ ਖੋਲਣ ਲਈ ਸਰਕਾਰ ਕਾਨੂੰਨ ਬਣਾ ਸਕਦੀ ਹੈ। ਉਹਦੀ ਐਕਸਪਲੇਨੇਸ਼ਨ ਦੇ ਦਿੱਤਾ ਗਿਆ ਕਿ ਜਿੱਥੇ ਜਿੱਥੇ ਵੀ ਇਹ ਲਫ਼ਜ਼ ਹਿੰਦੂ ਆਇਆ, ਉਹ ਸਿੱਖ, ਬੋਧੀ ਤੇ ਜੈਨੀਆਂ ਵੀ ਉਹਦੇ ਤੇ ਸਮਝੇ ਜਾਣਗੇ। ਇਹਨੂੰ ਇਹ ਸਮਝ ਲਿਆ ਗਿਆ ਕਿ ਇਹ ਜਿਹੜੇ ਸਿੱਖ ਹਿੰਦੂ ਡਿਕਲੇਅਰ ਕੀਤੇ ਹੈ, ਸਿੱਖਾਂ ਨੂੰ ਹਿੰਦੂ ਨਹੀਂ ਡਿਕਲੇਅਰ ਕੀਤਾ, ਹਿੰਦੂ ਲਾ ਸਿੱਖਾਂ ਦੇ ਉੱਤੇ ਲਾਗੂ ਕੀਤਾ ਗਿਆ। ਜਿਵੇਂ ਹਿੰਦੂ ਕੋਡ ਬਿੱਲ ਹੈ, ਹਿੰਦੂ ਮੈਰਿਜ ਐਕਟ ਹੈ, ਹਿੰਦੂ ਸਕਸੈਸ਼ਨ ਐਕਟ ਹੈ, ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਹੈ। ਉਹ ਇੱਕ ਵੱਖਰਾ ਵਿਸ਼ਾ, ਉਹਦੇ ਤੇ ਬਰਿੰਦਰ ਕੌਰ ਚੰਡੀਗੜ੍ਹ ਵਾਲੇ ਉਹਨਾਂ ਨੇ ਸੁਪਰੀਮ ਕੋਰਟ ਕੇਸ ਵੀ ਕੀਤਾ ਹੋਇਆ, ਔਰ ਉਹ ਸੁਪਰੀਮ ਕੋਰਟ ਵਿੱਚ ਪਟੀਸ਼ਨ ਲੱਗੀ ਹੋਈ ਹੈ ਕਿ ਹਿੰਦੂ ਲਫ਼ਜ਼ ਕਿਉਂ ਲਿਖਿਆ ਜਾਏ, ਜੇ ਇਹਦੇ ਤੇ ਇੱਕ ਲੇਬਲ ਜਿਹੜਾ ਹੈ, ਬ੍ਰਾਂਡਿੰਗ ਬੜੀ ਇੰਪੋਰਟੈਂਟ ਹੈ। ਪਰ ਸਰਕਾਰ ਨੇ 2000 ਦੇ ਵਿੱਚ ਜਸਟਿਸ ਵੈਂਕਟਾ ਚਲਈਆ ਕਮਿਸ਼ਨ ਬਣਾਇਆ। ਉਸ ਕਮਿਸ਼ਨ ਨੇ ਰਿਪੋਰਟ ਦਿੱਤੀ ਹੈ, ਉਸ ਕਮਿਸ਼ਨ ਦੀ ਰਿਪੋਰਟ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਲੈਂਗੁਏਜ ਠੀਕ ਹੈ ਪਰ ਭੁਲੇਖਾ ਪਾਊ ਹੈ, ਇਹ ਲੈਂਗੁਏਜ ਤੁਸੀਂ ਸੁਧਾਰ ਦਿਓ। ਔਰ ਜਿਹੜੀ ਲੈਂਗੁਏਜ ਉਹਨਾਂ ਨੇ ਦਿੱਤੀ ਹੈ ਜਸਟਿਸ ਵੈਂਕਟਾ ਚਲਈਆ ਕਮਿਸ਼ਨ ਨੇ, ਉਹਦੇ ਚ ਕਿਹਾ ਹੈ ਕਿ ਪ੍ਰੋਵਾਈਡਿੰਗ ਫॉर ਸੋਸ਼ਲ ਵੈਲਫੇਅਰ ਐਂਡ ਰਿਫਾਰਮ ਔਰ ਦ ਥਰੋਇੰਗ ਓਪਨਿੰਗ ਆਫ ਹਿੰਦੂ ਰਿਲੀਜੀਅਸ ਇੰਸਟੀਟਿਊਸ਼ਨਸ ਆਫ ਏ ਪਬਲਿਕ ਕਰੈਕਟਰ ਟੂ ਆਲ ਕਲਾਸ ਐਂਡ ਸੈਕਸ਼ਨ ਆਫ ਹਿੰਦੂਜ਼। ਇਹ ਸੀਗਾ ਪਹਿਲੇ, ਮਗਰ ਉਹਨਾਂ ਨੇ ਕਰ ਦਿੱਤਾ ਹੈ ਕਿ ਇਹਦੀ ਬਜਾਏ ਤੁਸੀਂ ਇਹ ਲਿਖੋ
ਕਿ ਜਿਹੜੀ ਕਲਾਜ਼ ਕੀਤੀ ਗਈ ਹੈ, providing for social reform or the throwing open of Hindu, Sikh, Jain or Buddhist religious institutions of a public character to all classes and sections of these religions। ਇਹ ਬੜੀ ਸ਼ਾਨਦਾਰ ਦੇ ਦਿੱਤੀ ਕਿ ਸਾਰੇ ਧਰਮਾਂ ਦਾ ਜਿਹੜੇ ਉਹਨਾਂ ਦੇ ਅਸਥਾਨ ਹੈ, ਉਹਨਾਂ ਦੇ ਆਪਣੇ ਧਰਮ ਸਥਾਨਾਂ ਦੇ ਉੱਤੇ ਉਹਨਾਂ ਦਾ ਲਾਗੂ ਹੋਏਗਾ। ਹੁਣ ਇਹ ਜਿਹੜੀ ਇੱਕ ਰਿਕਮੈਂਡੇਸ਼ਨ ਹੈ ਰੰਧਾਵਾ ਸਾਹਿਬ 2000 ਦੀ, 22 ਸਾਲ ਹੋ ਗਏ ਹੈ, 22 ਸਾਲ ਹੋ ਗਏ ਹੈ, ਇਹ ਉੱਥੇ ਪਈ ਹੈ ਪ੍ਰਾਈਮ ਮਿਨਿਸਟਰ ਆਫਿਸ ਵਿੱਚ। ਅੱਜ ਤੱਕ ਸਾਡੇ ਕਿਸੇ ਨੁਮਾਇੰਦੇ ਨੇ ਇਹਦੇ ਬਾਰੇ ਗੱਲ ਨਹੀਂ ਕੀਤੀ। ਕਿਉਂ ਉਹਨੂੰ ਰੋਕਿਆ ਗਿਆ? 1947 ਤੋਂ ਲੈ ਕੇ ਮੈਂ ਲਿਸਟ ਆਫ ਡਿਮਾਂਡਸ ਤੁਹਾਨੂੰ ਹੁਣੇ ਦੱਸਾਂਗਾ, ਉਹ ਸਾਰੀਆਂ ਦੀਆਂ ਸਾਰੀਆਂ ਪਈਆਂ। 1947 ਤੋਂ 75 70 ਸਾਲ ਹੋ ਗਏ, ਅੱਜ ਤੱਕ ਉੱਥੇ ਪਈਆਂ। ਸਰਕਾਰ ਕਰਨਾ ਨਹੀਂ ਚਾਹੁੰਦੀ। ਹੁੰਦਾ ਇਹ ਹੈ ਕਿ ਜਦੋਂ ਕੋਈ ਮਸਲਾ ਲੈ ਕੇ ਜਾਂਦੇ ਆ, ਜਿਹੜੇ ਲੈ ਜਾਣ ਵਾਲੇ ਆ ਉਹਨਾਂ ਨੂੰ ਕੁਝ ਨਾ ਕੁਝ ਮਿਲ ਜਾਂਦਾ ਹੈ, ਉਹ ਰਿਟਰਨ ਗਿਫਟ ਮਿਲ ਜਾਂਦੀ ਹੈ ਔਰ ਉਹ ਚੁੱਪ ਕਰਕੇ ਬੈਠ ਜਾਂਦੇ ਆ। ਉਹਦੇ ਬਾਅਦ ਹਾਂਜੀ ਦੇਖੋ ਲਾਂਬਾ ਸਾਹਿਬ, ਤੁਸੀਂ ਇਤਿਹਾਸ ਤੋਂ ਤਾਂ ਜਾਣੂ ਕਰਾਇਆ ਜਿਸ ਤਰੀਕੇ ਨਾਲ ਸਿੱਖਾਂ ਨੇ ਮੁੱਢ ਕਦੀਮੋਂ ਲੜਾਈਆਂ ਲੜੀਆਂ ਨੇ, ਔਰ ਉਹ ਇਤਿਹਾਸ ਤੁਸੀਂ ਬਾਖੂਬੀ ਵਰਣਨ ਕਰਤਾ ਹੈ। ਪਰ ਸਾਡੇ ਦੌਰ ਦੇ ਵਿੱਚ ਲੋਕ ਕਹਿੰਦੇ ਆ ਕਿ ਸਿੱਧੇ ਸਾਫ਼-ਸਾਫ਼ ਲਫ਼ਜ਼ਾਂ 'ਚ ਦੱਸੋ ਕਿ ਤੁਹਾਡੀਆਂ ਮੁਸ਼ਕਲਾਂ ਕੀ ਹੈ। ਮੈਨੂੰ ਤਾਂ ਤੁਸੀਂ ਗੈਰ ਰਸਮੀ ਗੱਲਬਾਤ ਦੇ ਵਿੱਚ ਉਹ ਵੀ ਦੱਸਦੇ ਸੀ ਕਿ ਕਿਵੇਂ ਇੰਦਰਾ ਗਾਂਧੀ ਨਾਲ ਸਿੱਖ ਲੀਡਰਸ਼ਿਪ ਮੁਲਾਕਾਤਾਂ ਕਰਦੀ ਰਹੀ ਹੈ, ਔਰ ਤੁਸੀਂ ਮੇਰੇ ਖਿਆਲ ਉਹ ਅੰਕੜਾ 26 ਤੱਕ ਦੱਸਿਆ ਸੀ ਮੈਨੂੰ ਕਿ 26 ਮੁਲਾਕਾਤਾਂ। ਮੈਨੂੰ ਤੁਸੀਂ ਕਾਫੀ ਕੁਝ ਐਸੀਆਂ ਚੀਜ਼ਾਂ ਦੱਸੀਆਂ ਜਿਹੜੀਆਂ ਮੈਨੂੰ ਲੱਗਦਾ ਹੁਣ ਕੈਮਰੇ ਤੇ ਦੱਸਣ ਦੀ ਲੋੜ ਆ। ਮੈਂ ਤੁਹਾਡੇ ਤੋਂ ਉਹ ਵਰਣਨ ਜਾਣਨਾ ਚਾਹੂੰਗਾ ਜਿਹਦੇ ਅੰਤਰਗਤ ਅਸੀਂ ਇਹ ਸਮਝ ਸਕੀਏ ਕਿ ਅਜੋਕੇ ਦੌਰ ਦੇ ਵਿੱਚ 47 ਤੋਂ ਬਾਅਦ ਹੀ ਆਪਾਂ ਜੇ ਗੱਲ ਕਰ ਲਈਏ ਤੇ ਅੱਜ ਦੇ ਦਿਨ ਤੱਕ ਸਾਡੀਆਂ ਕਿਹੜੀਆਂ ਹੱਕੀ ਮੰਗਾਂ ਸੀ ਜਿਹੜੀਆਂ ਸੰਵਿਧਾਨਕ ਦਾਇਰਿਆਂ ਦੇ ਵਿੱਚ ਮੰਨੀਆਂ ਜਾਣੀਆਂ ਸੀ, ਜਿਹੜੀਆਂ ਨਹੀਂ ਮੰਨੀਆਂ ਗਈਆਂ, ਕਿਉਂ ਨਹੀਂ ਮੰਨੀਆਂ ਗਈਆਂ? ਸਾਡੀ ਲੀਡਰਸ਼ਿਪ ਦਾ ਖਿਲਾਰ ਆ, ਸਾਡੀ ਲੀਡਰਸ਼ਿਪ ਨੇ ਉਹਨੂੰ ਢੁਕਵੇਂ ਮੰਚਾਂ ਤੋਂ ਨਹੀਂ ਉਠਾਇਆ ਜਾਂ ਢੁਕਵੇਂ ਸ਼ਬਦਾਂ 'ਚ ਨਹੀਂ ਰੱਖਿਆ। ਇਹ ਕਈ ਪਹਿਲੂ ਉੱਠਣਗੇ, ਕਈ ਮਸਲੇ ਉੱਠਣਗੇ ਕਿ ਜਦੋਂ ਲੋਹਾ ਗਰਮ ਸੀ ਸੱਟ ਕਿਉਂ ਨਾ ਵੱਜੀ, ਜਦੋਂ ਅਸੀਂ ਲੜਾਈਆਂ ਲੜ ਲੀਆਂ ਟੇਬਲ ਤੇ ਕਿਉਂ ਹਾਰ ਗਏ, ਜਦੋਂ ਵੀ ਲੱਗਦਾ ਸੀ ਕਿ ਹੁਣ ਜਿੱਤ ਆ ਪਈ ਆ, ਉਦੋਂ ਸ਼ਿਕਸਤ ਉਸ ਤੋਂ ਵੀ ਵੱਡੀ ਹੋ ਗਈ ਪਹਿਲੇ ਨਾਲੋਂ। ਸੋ ਇਹ ਵਰਣਨ ਜ਼ਰੂਰ ਕਰਿਓ ਕਿ ਸਾਡੀਆਂ ਮੰਗਾਂ ਕਿਹੜੀਆਂ ਨੇ, ਮੰਨੀਆਂ ਕੋਈ ਗਈਆਂ ਵੀ ਆ ਤੇ ਜਿਹੜੀਆਂ ਨਹੀਂ ਮੰਨੀਆਂ ਗਈਆਂ ਉਹਦੇ ਵਿੱਚ ਹਰਡਲ ਕੀ ਆ। ਬਿਲਕੁਲ, ਤੁਸੀਂ ਜਿਹੜਾ ਇਹ ਸਵਾਲ ਕੀਤਾ ਬਹੁਤ ਅੱਛਾ ਔਰ ਬੜਾ ਮੌਕਾ ਦਿੱਤਾ ਹੈ। ਉਹ ਲਿਸਟ ਮੇਰੇ ਕੋਲ ਕੋਈ ਮੈਂ ਖੁਫੀਆ ਏਜੰਸੀ ਦਾ ਨਹੀਂ ਹੈਗਾ, ਭਾਰਤ ਸਰਕਾਰ ਨੇ ਜਿਹੜਾ ਵਾਈਟ ਪੇਪਰ ਛਾਪਿਆ ਉਹਦੇ ਵਿੱਚ ਹੀ ਉਹ ਲਿਸਟ ਦਿੱਤੀ ਹੈ, ਔਰ ਉਹਦੇ ਵਿੱਚ ਦਿੱਤੀ ਹੈ ਕਿ 26 ਮੀਟਿੰਗਾਂ ਜਾਂ 27 ਮੀਟਿੰਗਾਂ ਹੋਈਆਂ ਜਿਹੜਾ ਕਿ ਸਿੱਖ ਨੁਮਾਇੰਦਿਆਂ ਨਾਲ ਹੋਈਆਂ। ਉਹ ਕਦੀ ਤਾਂ ਕਿਧਰੇ ਗੁਪਤ ਜਗ੍ਹਾ ਤੇ ਹੋਈਆਂ, ਗੁਪਤ ਸਥਾਨਾਂ ਤੇ ਹੋਈਆਂ, ਕਿਧਰੇ 에ਅਰਪੋਰਟ ਲੌਂਜ ਵਿੱਚ ਹੋਈਆਂ, ਕਿਧਰੇ ਪ੍ਰਾਈਮ ਮਿਨਿਸਟਰ ਆਫਿਸ ਵਿੱਚ ਹੋਈਆਂ, ਕਿਧਰੇ ਕਿਸੇ ਰੈਸਟ ਹਾਊਸ ਵਿੱਚ ਹੋਈਆਂ। ਔਰ ਉਹ ਲਿਸਟ ਬੜੀ ਸ਼ਾਨਦਾਰ ਹੈ, ਉਹ ਲਿਸਟ ਹੈਗੀ ਹੈ, ਉਹਨਾਂ ਨੇ ਸਰਕਾਰ ਨੇ ਛਾਪ ਦਿੱਤਾ। ਉਹਦੇ ਵਿੱਚ ਹੈਗਾ ਹਰਚੰਦ ਸਿੰਘ ਲੋਂਗੋਵਾਲ ਜਿਨ੍ਹਾਂ 'ਚ ਸ਼ਾਮਲ ਹੁੰਦੇ ਰਹੇ ਸਿੱਖਾਂ ਵੱਲੋਂ, ਜਥੇਦਾਰ ਟੋੜਾ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ, ਭਾਨ ਸਿੰਘ, RS ਭਾਟੀਆ, PS ਓਬਰਾਏ, ਰਵੀ ਇੰਦਰ ਸਿੰਘ, ਅਜੀਤ ਸਿੰਘ ਸਰਹੱਦੀ, ਕੈਪਟਨ ਅਮਰਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, RS ਚੀਮਾ। ਇਹ ਵਾਰ-ਵਾਰ ਸਿੱਖਾਂ ਵੱਲੋਂ ਸ਼ਾਮਲ ਹੁੰਦੇ ਰਹੇ। ਹੁਣ ਦੂਜੇ ਪਾਸੇ ਜਿਹੜੇ ਸਰਕਾਰ ਵੱਲੋਂ ਸ਼ਾਮਲ ਹੁੰਦੇ ਰਹੇ, ਤੁਸੀਂ ਇਸ ਪੀਰੀਅਡ 'ਚ ਦੇਖੋ ਕਿੰਨਾ ਹੋਇਆ। 81 ਤੋਂ 84 ਤੱਕ ਇੰਦਰਾ ਗਾਂਧੀ, ਰਾਜੀਵ ਗਾਂਧੀ, LK ਅਡਵਾਨੀ, ਜਗਜੀਵਨ ਰਾਮ, ਬੀਜੂ ਪਟਨਾਇਕ, ਹੋਮ ਸੈਕਟਰੀ MK ਵਲੀ, ਨਰਸਿਮਹਾ ਰਾਓ, PC ਸੇਠੀ, R ਵੈਂਕਟਾਰਮਨ, ਸ਼ਿਵ ਸ਼ੰਕਰ ਰਾਓ, ਰਾਮ ਬਿਲਾਸ ਪਾਸਵਾਨ, ਚਿੱਤੋ ਬਾਸੂ, ਧਰਮਵੀਰ ਸਿਨਹਾ, ਬੂਟਾ ਸਿੰਘ, HS ਸੁਰਜੀਤ, ਹਰਕਿਸ਼ਨ ਸਿੰਘ ਸੁਰਜੀਤ, ਮਧੂ ਦੰਡਵਤੇ, ਪ੍ਰਿੰਸੀਪਲ ਸੈਕਟਰੀ ਟੂ ਪ੍ਰਾਈਮ ਮਿਨਿਸਟਰ ਜ਼ੈਲ ਸਿੰਘ, ਪ੍ਰਣਬ ਮੁਖਰਜੀ। ਹੁਣ ਜੇ ਇਤਨੇ ਬੰਦੇ ਸ਼ਾਮਲ ਹੋ ਕੇ 4 ਸਾਲ ਜਿਹੜੇ ਕਹਿੰਦੇ ਉਹ ਗੱਲਬਾਤ ਨਾ ਕਰ ਲੋ, ਇਹਦਾ ਮਤਲਬ ਕੋਈ ਮਸਲਾ ਨਹੀਂ ਕੱਢ ਸਕੇ। ਮਸਲੇ ਦਾ ਹੱਲ ਦਿੱਤਾ ਇੰਦਰਾ ਗਾਂਧੀ ਨੇ, ਉਹਨਾਂ ਨੇ ਟੋੜਾ ਸਾਹਿਬ ਨੇ ਐਫੀਡੇਵਿਟ ਦਿੱਤਾ ਕਿ ਮੈਨੂੰ ਕਿਹਾ ਗਿਆ ਕਿ ਤੁਸੀਂ ਅਕਾਲ ਤਖਤ ਤੋਂ ਮੋਰਚੇ ਲਾਉਂਦੇ ਹੋ, ਅੱਜ ਤੋਂ ਬਾਅਦ ਮੋਰਚਾ ਨਹੀਂ ਲੱਗੇਗਾ। ਔਰ ਉਹ ਜਿਹੜੀ ਮੇਨ ਸੀ ਪਹਿਲੀ ਤੇ ਇਹ ਹੋਈ। ਹੁਣ ਤੁਸੀਂ ਕਹਿੰਦੇ ਹੋ ਕਿ ਮੰਗਾਂ ਕਿਹੜੀਆਂ, ਮੰਗ ਕਿਹੜੀ ਸੀ? ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸੀ ਹੈ, ਮੰਗ ਇਹ ਸੀ ਕਿ ਇਹ ਇੱਕ ਲਾਈਨ ਦੀ ਕਹਿ ਦਿਓ ਕਿ ਜੀ ਸਿੱਖ ਆਜ਼ਾਦ ਹਸਤੀ ਹੈ, ਸਿੱਖਾਂ ਦਾ ਆਪਣਾ ਵੱਖਰਾ ਧਰਮ ਹੈ। ਜਦੋਂ ਇਹ ਮੰਗ ਉੱਠੀ, ਇੱਕ ਮੰਗ ਸੀ ਆਲ ਇੰਡੀਆ ਗੁਰਦੁਆਰਾ ਐਕਟ ਦੀ,
ਉਹਦੇ ਚ ਬਾਰ-ਬਾਰ ਕਿਹਾ ਗਿਆ ਸੀ, ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਦਿੱਲੀ ਗੁਰਦੁਆਰਾ ਐਕਟ ਲਾਗੂ ਕਰ ਦਾਂਗੇ, ਮਗਰ ਜਿਹੜਾ ਡਰਾਫਟ ਗਵਰਨਮੈਂਟ ਆਫ ਇੰਡੀਆ ਨੇ ਭੇਜਿਆ ਜਸਟਿਸ ਹਰਬੰਸ ਸਿੰਘ ਦੇ ਰਾਹੀਂ, ਉਹਦੇ ਵਿੱਚ 2 ਲਾਈਨਾਂ ਕੱਟ ਦਿੱਤੀਆਂ, ਸਿੱਖ ਇਜ਼ ਅ ਸੈਪਰੇਟ ਰਿਲੀਜਨ, ਉਹਦੇ ਸੀ ਬਿਲੀਵਿੰਗ ਐਂਡ ਫੋਲੋਇੰਗ ਗੁਰੂ ਗ੍ਰੰਥ ਸਾਹਿਬ, ਉਹਦੇ ਚ ਫੋਲੋ ਕੱਟ ਦਿੱਤਾ, ਯਾਨੀ ਉਹਨੂੰ ਹੋਰ ਖਰਾਬ ਕਰ ਦਿੱਤਾ। ਇਸ ਕਰਕੇ ਜਦੋਂ ਵੀ ਇਹ ਮੰਗ ਲੈ ਕੇ ਜਾਂਦੇ ਸੀ, ਉਹ ਪਹਿਲੀ ਦੇਣ ਦੀ ਬਜਾਏ ਹੋਰ ਗੁੰਝਲਾਂ ਪਾ ਦਿੰਦੇ ਸੀ, ਹੋਰ ਜ਼ਿਆਦਾ ਉਹਨੂੰ ਕਰ ਦਿੰਦੇ ਸੀ। ਮੈਂ ਸਿਰਫ ਇੱਕੋ ਚੀਜ਼ ਸਮਝਣਾ ਚਾਹੁੰਦਾ, ਜੇ ਇੰਨੇ ਕੌਮ ਦੇ ਸਾਰੇ ਲੀਡਰ ਆਗੂ ਹੋ ਕੇ 4 ਸਾਲ ਲਗਾ ਕੇ, ਉਹ ਕਿਹੜੀ ਦਲੀਲ ਹੈ ਜਿਹੜੀ ਹੋਰ ਕੋਈ ਨਵਾਂ ਆ ਕੇ ਸਮਝਾ ਦੇਗਾ? ਉਹ ਨਵਾਂ ਆ ਕੇ ਕਿਹੜੀ ਦਲੀਲ ਦੇ ਦੇਗਾ? ਜੇ 1947 ਤੋਂ 1966 ਤੱਕ ਸਿੱਖ ਪੂਰੀ ਜਦੋਜਹਿਦ ਕਰਕੇ ਵੀ ਸਰਕਾਰ ਨੂੰ ਨਹੀਂ ਮਨਾ ਸਕੇ, ਤੇ ਸੰਤ ਫਤਿਹ ਸਿੰਘ ਵੇਲੇ ਕਿਹੜਾ ਨਵੀਂ ਚੀਜ਼ ਜਿਹੜੀ ਦਿੱਤੀ ਗਈ, ਦਲੀਲ ਦਿੱਤੀ, ਜਿਹਦੇ ਨਾਲ ਸਰਕਾਰ ਮੰਨ ਗਈ? ਇਹਦਾ ਮਤਲਬ ਹੈ ਕਿ ਜੇ ਕਾਮਯਾਬੀ ਮਿਲੀ ਹੈ, ਹੁਣ ਵੀ ਅਗਰ ਮਿਲਦੀ ਹੈ, ਉਹ ਫਿਰ ਤਰੀਕੇ ਕਿਹੜੇ ਆ, ਉਹ ਇੱਕ ਵੱਖਰਾ ਵਿਸ਼ਾ ਹੋ ਜਾਏਗਾ ਕਿ ਕਿਸ ਤਰੀਕੇ ਨਾਲ ਹੋ ਸਕਦਾ। ਜੇ ਤੁਸੀਂ ਇਜਾਜ਼ਤ ਦਿਓ ਤੇ ਜਿਹੜੀਆਂ ਮੰਗਾਂ ਕੀ ਸੀਗੀਆਂ, ਜਿਹੜੀ ਸ਼ੁਰੂਆਤ ਕਿੱਥੋਂ ਹੁੰਦੀ ਹੈ, ਉਹ ਜ਼ਰੂਰ ਕਰੋ। ਹਾਂਜੀ ਬਿਲਕੁਲ। ਸਭ ਤੋਂ ਪਹਿਲੀ ਮੰਗ ਸੀ, ਆਜ਼ਾਦੀ ਤੋਂ ਪਹਿਲੀ ਮੰਗ ਜਿਹੜੀ ਸੀ ਕਿ ਜਿਹੜੇ ਉੱਥੋਂ ਉਜੜ ਕੇ ਆਏ ਆ, ਉਹਨਾਂ ਨੂੰ ਸਹੀ ਜਗ੍ਹਾ ਵਸਾਇਆ ਜਾਏ। ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਆਪਣੀ ਕਿਤਾਬ ਆਪ ਬੀਤੀ ਚ ਲਿਖਿਆ, ਕਹਿੰਦਾ ਕਿ ਪੰਜਾਬ ਦੇ ਬੰਦੇ ਹਿੰਦੂ ਸਿੱਖ ਮਿਲ ਕੇ ਗਏ ਪੰਡਤ ਉਹਨਾਂ ਕੋਲ, ਕਿ ਉਹਨਾਂ ਨੂੰ ਕਿਹਾ ਗਿਆ ਪੰਡਤ ਜਵਾਹਰ ਲਾਲ ਨਹਿਰੂ ਨੂੰ ਕਿ ਇਹਨਾਂ ਨੂੰ ਦਿੱਲੀ ਦੇ ਨਜ਼ਦੀਕ ਵਸਾ ਦਿੱਤਾ ਜਾਏ, ਤਾਂ ਪੰਡਤ ਨਹਿਰੂ ਨੇ ਕਿਹਾ ਤੁਸੀਂ 70 ਕਿਲੋਮੀਟਰ ਦੀ ਗੱਲ ਕਰਦੇ ਹੋ, ਇਹਨਾਂ ਨੂੰ 700 ਕਿਲੋਮੀਟਰ ਦੂਰ ਭੇਜੋ। ਪਹਿਲੀ ਸ਼ੁਰੂਆਤ ਹੁੰਦੀ ਹੈ, ਇਹ ਡਾਕਟਰ MS ਰੰਧਾਵਾ ਦੀ ਕਿਤਾਬ ਵਿੱਚ ਹੈ। ਫਿਰ ਦੇਖੋ, ਇੱਕ ਪਾਸੇ ਤਾਂ ਸਰਕਾਰ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ ਨੇ ਖੁਦ ਲਿਖਿਆ ਚੀਨ ਦੀ ਸਰਕਾਰ ਨੂੰ ਕਿ ਇਹ ਸਿੱਖ ਜਿਹੜੇ ਹੈ, ਇਹਨਾਂ ਦੀ ਟ੍ਰੀਟੀ ਦੇ ਵਿੱਚ ਇਹਨਾਂ ਨੂੰ ਐਂਪਰਰ ਕਿੰਗ ਆਫ ਦੀ ਵਰਲਡ ਕਰਕੇ ਐਡਰੈਸ ਕੀਤਾ। ਮਗਰ ਜਦੋਂ ਆਜ਼ਾਦੀ ਮਿਲਦੀ ਹੈ 1947 ਵਿੱਚ ਇੱਕ ਸਰਕੂਲਰ ਜਾਰੀ ਹੋ ਜਾਂਦਾ ਹੈ, ਸਿੱਖ ਜਰਾਇਮ ਪੇਸ਼ਾ ਕੌਮ ਹੈ, ਕ੍ਰਿਮੀਨਲ ਟ੍ਰਾਈਬ ਹੈ। ਇਹ ਹਰ ਕਿਤਾਬ ਵਿੱਚ ਹਰ ਜਗ੍ਹਾ, ਮਗਰ ਅੱਜ ਤੱਕ ਇਹਦੀ ਨਾ ਤਰਦੀਦ ਹੋਈ, ਨਾ ਕਿਸੇ ਨੇ ਇਸ ਦੀ ਕੋਈ ਇਹਨੂੰ ਕਲੋਜ਼ਰ ਕੀਤੀ ਹੈਗੀ ਹੈ ਜੀ। ਹੁਣ ਦੂਜੀ ਚੀਜ਼ ਸੀ, ਸਿੱਖਾਂ ਦਾ ਦਾਰੋਮਦਾਰ ਅੰਗਰੇਜ਼ਾਂ ਨੇ ਜਿਵੇਂ ਸ਼ੁਰੂ 'ਚ ਦੱਸਿਆ ਕਿ ਉਹਨਾਂ ਦੀ 2 ਚੀਜ਼ਾਂ ਦੇਖੋ, ਸਿੱਖਾਂ ਨਾਲ ਅੰਗਰੇਜ਼ਾਂ ਦੀ, ਹਾਲਾਂ ਉਹਨਾਂ ਨੇ ਆਪਣੀ ਕਿਤਾਬਾਂ 'ਚ ਲਗਾਇਆ ਜਿਹੜਾ ਸ਼ਾਹ ਮੁਹੰਮਦ ਦਾ ਸੀ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ, ਮਗਰ ਉਹਨਾਂ ਨੇ ਕੋਰਸ 'ਚ ਲਗਾਇਆ। ਮਗਰ 1947 ਤੋਂ ਬਾਅਦ ਕੀ ਕੀਤਾ ਗਿਆ ਕਿ ਸਭ ਤੋਂ ਪਹਿਲੇ ਜਿਹੜੇ ਇਹਨਾਂ ਦੀ ਫੌਜੀਆਂ ਦੀ ਰਹਿਤ ਦੀ ਪਾਹੁਲ ਦੀ ਪਰੰਪਰਾ ਖਤਮ ਕਰ ਦਿੱਤੀ ਗਈ। ਪਹਿਲੀ ਮੰਗ ਸੀ ਕਿ ਸਿੱਖਾਂ ਦੀ ਫੌਜ ਵਿੱਚ ਵਰਦੀ ਦਾ ਹਿੱਸਾ ਹੋਏ ਕਿਰਪਾਨ ਜਿਹੜਾ, ਔਰ ਤੁਸੀਂ ਹੈਰਾਨ ਹੋਵੋਗੇ, ਮੈਂ ਇੱਕ ਗੱਲ ਦੱਸਣੀ ਚਾਹਾਂਗਾ, 19 ਜੂਨ 1975 ਬੜੀ ਅਹਿਮ ਹੈ, 19 ਜੂਨ 1975 ਨੂੰ ਭਾਰਤ ਸਰਕਾਰ ਵੱਲੋਂ, ਆਰਮੀ ਵੱਲੋਂ ਇੱਕ ਸਰਕੂਲਰ ਜਾਰੀ ਹੋਇਆ, ਜੇ ਕੋਈ ਸਿੱਖ ਰੈਜੀਮੈਂਟ ਦਾ ਸਿੱਖ ਫੌਜੀ, ਉਹਨੂੰ ਇੱਕ ਐਫੀਡੇਵਿਟ ਦੇਣਾ ਪੈਂਦਾ ਸੀ, ਉਹ ਫੌਜ ਵਿੱਚ ਜਾ ਕੇ ਉਹ ਅਗਰ ਕੇਸਾਂ ਦੀ ਬੇਅਦਬੀ ਕਰਦਾ, ਮੁੱਛਾਂ ਦੀ, ਕੇਸਾਂ ਦੀ ਤੇ ਦਾੜੀ ਦੀ, 3 ਚੀਜ਼ਾਂ ਲਿਖੀਆਂ ਉਹਦੇ 'ਚ, ਤੇ ਉਹਦੇ ਤੇ ਆਰਮੀ ਦਾ ਡਿਸਪਲਿਨਰੀ ਐਕਸ਼ਨ ਹੋਏਗਾ, ਬੰਦ ਕਰ ਦਿੱਤਾ ਗਿਆ। ਹੁਣ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ, ਸਿੱਖਾਂ ਦਾ ਪਰਸਨਲ ਲਾ ਨਹੀਂ ਲਾਗੂ ਕੀਤਾ ਗਿਆ। 1966 ਦੀ ਮੰਗ ਹੈ, ਕਿੰਨੇ ਸਾਲ ਹੋ ਗਏ, ਗਿਣ ਲਓ 56 ਸਾਲ ਹੋ ਗਏ। ਉਹਦੇ ਵਿੱਚ ਇਹਨਾਂ ਦੀ ਕੀ ਮੰਗ ਸੀ? ਪੰਜਾਬ ਦੇ ਹਿੱਸੇ ਸੀ, ਹਰਿਆਣਾ ਦੇ ਜਿਹੜੇ ਇਲਾਕੇ ਸਨ, ਤੁਸੀਂ ਦੇਖੋ 2 ਰੀਜਨ ਸਨ, 2 ਟੈਰੀਟਰੀ, ਇੱਕ ਹਿਸਾਰ ਟੈਰੀਟਰੀ ਸੀ, ਇੱਕ ਦਿੱਲੀ ਟੈਰੀਟਰੀ ਸੀ। ਇਹ ਇਲਾਕਾ ਹਿਸਾਰ, ਰੋਹਤਕ ਤੇ ਗੁੜਗਾਉਂ ਦਾ ਇਲਾਕਾ ਸੀਗਾ, ਮਗਰ ਅੰਗਰੇਜ਼ਾਂ ਨੇ 1858 ਵਿੱਚ ਇਹਨੂੰ ਐਜ਼ ਏ ਪਨਿਸ਼ਮੈਂਟ, ਕਿਉਂਕਿ ਉਹਨਾਂ ਨੇ ਆਜ਼ਾਦੀ ਦੀ ਲੜਾਈ ਜਿਹੜੀ ਬਗਾਵਤ ਵਿੱਚ ਹਿੱਸਾ ਲਿਆ, ਉਹਨਾਂ ਨੂੰ ਐਜ਼ ਏ ਪਨਿਸ਼ਮੈਂਟ ਪੰਜਾਬ ਨਾਲ ਟੁੰਗ ਦਿੱਤਾ। ਹੁਣ ਉਹ ਪਨਿਸ਼ਮੈਂਟ ਨਾਲ ਪੰਜਾਬ ਨਾਲ ਜੁੜਦੇ ਹੈ, ਮਗਰ ਜਦੋਂ ਇੰਦਰਾ ਗਾਂਧੀ ਵੱਲੋਂ ਵੰਡ ਕੀਤੀ ਜਾਂਦੀ ਹੈ ਤਾਂ ਉਹ ਉਹਨਾਂ ਨੂੰ ਉਹ ਇਲਾਕਾ ਦੇ ਕੇ ਦਿੱਲੀ ਟੈਰੀਟਰੀ, ਦਿੱਲੀ ਉਹਨਾਂ ਨੂੰ ਦੇ ਦਿੰਦੇ ਹਰਿਆਣੇ ਨੂੰ। ਉਹਦੀ ਬਜਾਏ ਕੀ ਕੀਤਾ, ਪੰਜਾਬ ਦੇ ਸਾਰੇ ਹਿੱਲ ਏਰੀਏ ਕੱਢ ਦਿੱਤੇ। ਔਰ 1966 ਤੋਂ ਲੈ ਕੇ ਹੁਣ ਤੱਕ ਉਹ ਡਿਮਾਂਡ ਅਕਾਲੀ ਦਲ ਦੀ ਹੈ, ਧਰਮਯੁੱਧ ਮੋਰਚੇ ਦੀ ਹੈ, 2.5 ਲੱਖ ਬੰਦਿਆਂ ਨੂੰ ਉਹਨਾਂ ਨੇ ਸਹੁੰ ਚੁਕਾਈ ਹੈ, ਮਗਰ ਕਰਦੇ ਕੀ ਹੈ ਕਿ ਇਹਨਾਂ ਦੀ ਰਾਜਧਾਨੀ ਖੋਲੀ, ਹਾਈ ਕੋਰਟ ਖੋਲੀ, ਹੈਡਵਰਕਸ ਖੋਲਿਆ, ਔਰ ਜਿਹੜੇ ਇਲਾਕਿਆਂ ਦੀ ਮੰਗ ਅਕਾਲੀ ਦਲ ਕਰਦਾ ਰਿਹਾ ਕਿ ਪੰਜਾਬ ਦੇ ਇਲਾਕੇ ਹੈ, ਡਲਹੌਜ਼ੀ, ਚੰਡੀਗੜ੍ਹ, ਪਿੰਜੌਰ, ਕਾਲਕਾ, ਅੰਬਾਲਾ ਸਦਰ, ਊਨਾ ਤਹਿਸੀਲ, ਦੇਸ਼ ਨਾਲਾਗੜ੍ਹ ਦਾ, ਸ਼ਾਹਬਾਦ ਦਾ, ਗੁਹਾਣਾ, ਟੋਹਾਣਾ, ਰਤੀਆ, ਸਿਰਸਾ ਤਹਿਸੀਲ, ਗੰਗਾਨਗਰ ਦੀਆਂ 6 ਤਹਿਸੀਲਾਂ, ਇਹ ਮੰਗ ਸੀ। ਮਗਰ ਉਹਦੇ ਬਾਅਦ ਜਿਹੜੇ ਲੀਡਰ ਗਏ ਆ,
ਆਪਣੀਆਂ ਤੇ ਉਹਨਾਂ ਨੇ ਮੰਗਾਂ ਪੂਰੀਆਂ ਕਰਾ ਲਈਆਂ ਹੋਣੀਆਂ, ਮਗਰ ਇਸ ਦੇ ਬਾਰੇ ਹੁਣ ਬੋਲਣਾ ਵੀ ਛੱਡ ਦਿੱਤਾ। ਇਸ ਦੇ ਬਾਅਦ ਤੁਸੀਂ ਦੇਖੋ ਇੱਕ ਗੱਲ, ਅੰਮ੍ਰਿਤਸਰ ਪਵਿੱਤਰ ਸ਼ਹਿਰ ਦੀ ਗੱਲ ਆਂਦੀ ਹੈਗੀ ਹੈ। ਇਹ ਮੰਗ ਸੀ, ਬੜੀ ਛੋਟੀ ਜੀ ਮੰਗ ਹੈ। ਹੁਣ ਉਹਦੇ ਵਿੱਚ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੋ ਉਹਦੇ ਚ ਸੀਗੀਆਂ, ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੇਣਾ, ਉਹਨੂੰ ਦੋ ਚੀਜ਼ਾਂ ਕਰੋ, ਇਹਨੂੰ ਸ਼ਰਾਬ ਮੁਕਤ ਕਰੋ ਔਰ ਇਹਨੂੰ ਤਮਾਕੂ ਮੁਕਤ ਕਰੋ। ਇਹ ਦੋ ਵਿਵਰਜਿਤ ਚੀਜ਼ਾਂ ਕੀਤੀਆਂ। ਪਰ ਦੇਖੋ ਉਹਨੂੰ ਬਦਲ ਕੇ ਕਿਸ ਤਰ੍ਹਾਂ ਕਰ ਦਿੱਤਾ ਗਿਆ ਕਿ ਜੀ ਇਹਨੂੰ ਸ਼ਰਾਬ ਤੇ ਮੀਟ ਤੇ ਪਾਬੰਦੀ ਲਗਾ ਦਿਓ। ਯਾਨੀ ਇਹ ਜਿਹੜੀ ਗੋਲ ਕਰਨ ਦੀ ਗੱਲ ਹੈਗੀ ਹੈ, ਮੰਗ ਸੀਗੀ ਕਿ ਸ਼ਰਾਬ ਔਰ ਤਮਾਕੂ ਤੇ ਕਰੋ, ਤਮਾਕੂ ਉਡਾਤਾ, ਸ਼ਰਾਬ ਤੇ ਮੀਟ ਨੂੰ ਵਿੱਚ ਉਹਨੂੰ ਕਰ ਦਿੱਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਦੀ ਹੈ, ਤੁਸੀਂ ਕਹਿ ਦਿਓ ਗ੍ਰੀਵੈਂਸਸ ਕੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਦੀ ਹੈ। ਆਰੀਆ ਸਮਾਜ ਦੇ ਜਿੰਨੇ DAV ਕਾਲਜ ਹੈ ਜਲੰਧਰ ਦੇ, ਦੁਆਬੇ ਦੇ, ਉਹ ਹਾਈ ਕੋਰਟ ਚਲੇ ਜਾਂਦੇ ਆ, ਸੁਪਰੀਮ ਕੋਰਟ ਚਲੇ ਜਾਂਦੇ ਆ ਕਿ ਸਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਨਾ ਐਡ ਕੀਤਾ ਜਾਏ। ਉਹਦੇ ਬਾਅਦ ਜਿਹੜਾ ਹੈਗਾ ਸਭ ਤੋਂ ਇੱਕ ਦੇਖੋ ਤਰਾਈ ਦਾ ਇਲਾਕਾ, ਹੁਣ ਵੀ ਉੱਤਰਾਂਚਲ ਦਾ, ਅੱਜ ਵੀ ਤੁਸੀਂ ਗੱਲ ਕਰ ਰਹੇ ਹੋ, ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਹੀ ਸਾਰਾ ਰੀਜਨ ਹੈਗਾ। ਇਹ 1947 ਦੇ ਵਿੱਚ ਬੰਜਰ ਇਲਾਕਾ ਸੀ, ਕੱਲਰ ਇਲਾਕਾ ਸੀ, ਉਜਾੜ ਸੀ, ਜੰਗਲ ਸੀ ਔਰ ਬੜੇ ਭਿਆਨਕ ਚੀਤੇ ਜਾਨਵਰ ਇਹਦੇ ਚ ਹੈਗੇ ਸੀ। ਗੋਬਿੰਦ ਵੱਲਭ ਪੰਤ ਨੇ ਸਿੱਖਾਂ ਨੂੰ ਸੱਦਿਆ ਕਿ ਤੁਸੀਂ ਆਓ, ਔਰ ਬੰਗਾਲੀਆਂ ਨੂੰ ਕਿਹਾ ਕਿ ਜਿਹੜੇ ਉੱਥੋਂ ਉਜੜ ਕੇ ਆ ਰਹੇ ਹੋ ਤੁਸੀਂ ਇਹ ਜ਼ਮੀਨਾਂ ਲੈ ਲਓ। ਬੰਗਾਲੀਆਂ ਨੇ ਨਹੀਂ ਲਈ, ਸਿੱਖਾਂ ਨੇ ਜਾ ਕੇ ਉਹ ਜ਼ਮੀਨਾਂ ਆਬਾਦ ਕੀਤੀਆਂ, ਉਹਨਾਂ ਨੂੰ ਜੰਗਲ ਨੂੰ ਕੱਟਿਆ, ਸਭ ਕੁਝ ਕੀਤਾ। ਬਾਅਦ ਵਿੱਚ ਸਰਕਾਰ ਨੇ ਕੀ ਕੀਤਾ ਕਿ ਜੀ ਇਹਨੂੰ ਇਹਨਾਂ ਦੇ ਪੱਟੇ ਖਤਮ ਕਰ ਦਿੱਤੇ, ਕਿਤੇ ਨਾਜਾਇਜ਼ ਕਬਜ਼ੇ ਹੈ। ਮਤਲਬ ਇਹ ਤਰੀਕੇ ਨਾਲ ਉਹਨੂੰ ਕੀਤਾ। ਉਹਦੇ ਬਾਅਦ ਕੀ ਹੋਇਆ, ਫਿਰ ਹੁਣ ਜਦ ਰੋਲਾ ਜ਼ਿਆਦਾ ਪੈ ਰਿਹਾ, ਉਸ ਊਧਮ ਸਿੰਘ ਨਗਰ, ਉਹਨਾਂ ਨੇ ਸ਼ਹੀਦ ਊਧਮ ਸਿੰਘ ਦੇ ਨਾਂ ਤੇ ਇਲਾਕੇ ਦਾ ਨਾਮ ਹੀ ਰੱਖਿਆ ਊਧਮ ਸਿੰਘ ਨਗਰ, ਜਿੱਥੇ ਇਹਨਾਂ ਦੀ ਆਬਾਦੀ ਹੈ। ਇਹਨੂੰ ਫਿਰ ਜਿਵੇਂ ਉਹਨਾਂ ਨੇ ਹਰਿਆਣੇ ਨੂੰ ਟੁੰਗ ਦਿੱਤਾ ਸੀ ਪੰਜਾਬ ਨਾਲ, ਇਹਨੂੰ ਉੱਤਰਾਖੰਡ ਨਾਲ ਜੋੜ ਦਿਓ। ਤੁਸੀਂ ਹੈਰਾਨ ਹੋਵੋਗੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਔਰ ਜਾਰਜ ਫਰਨਾਂਡਿਸ, ਇਹ ਤਿੰਨਾਂ ਦੀ ਕਮੇਟੀ ਬਣੀ ਕਿ ਇਹ ਇਲਾਕੇ ਨੂੰ ਨਹੀਂ ਹੋਣ ਦੇਵਾਂਗੇ। ਇਹਦੇ ਬਾਰੇ ਸੀ ਕਮਿਸ਼ਨ ਸੀਗਾ, ਮਗਰ ਸੁਰਜੀਤ ਸਿੰਘ ਬਰਨਾਲਾ ਨੂੰ ਗਵਰਨਰਸ਼ਿਪ ਮਿਲ ਗਈ ਔਰ ਪ੍ਰਕਾਸ਼ ਸਿੰਘ ਬਾਦਲ ਵਾਪਸ ਆ ਗਏ ਔਰ ਫਰਨਾਂਡਿਸ ਜਿਹੜੇ ਆ ਦੂਜੇ ਪਾਸੇ, ਉਹ ਇਲਾਕਾ ਨਾਲ ਦੇ ਦਿੱਤਾ ਗਿਆ। ਯਾਨੀ ਕਿ ਜਿਹੜੀ ਵੀ ਮੰਗ ਸ਼ੁਰੂ ਕਰਦੇ ਜ਼ਰੂਰ ਹੈਗੇ ਆ, ਮਗਰ ਉਹਦੇ ਬਾਅਦ ਹੁੰਦਾ ਕੀ ਹੈ, ਜੇ ਆਲ ਇੰਡੀਆ ਗੁਰਦੁਆਰਾ ਐਕਟ ਦੀ ਸ਼ੁਰੂ ਤੋਂ ਮੰਗ ਸੀ, ਬਿਫੋਰ ਪਾਰਟੀਸ਼ਨ ਵੀ ਸੀ, ਉਹਨੂੰ ਇਹਨਾਂ ਨੇ ਬਲਕਿ ਰਾਜੀਵ ਲੋਂਗੋਵਾਲ ਅਕਾਰਡ ਵਿੱਚ ਵੀ ਕਿਹਾ ਕਿ ਅਸੀਂ ਉਸ ਮੰਗ ਨੂੰ ਪੂਰੀ ਕਰਾਂਗੇ, ਮਗਰ ਕੀਤਾ ਕੀ, ਉਸ ਨੂੰ ਪੂਰਤੀ ਕਿੱਦਾਂ ਕੀਤੀ ਉਹਨਾਂ ਨੇ, ਬਲਕਿ ਹੋਰ ਪੰਜਾਬ ਦੇ ਐਕਟ ਉਹਨੂੰ ਛੋਟਾ ਕਰਕੇ ਹਰਿਆਣੇ ਦੀ ਵੱਖਰੀ ਕਮੇਟੀ ਬਣਾਉਣ ਦੀ ਕੀਤੀ। ਗੱਲ ਕਰਨੀ ਸੀ ਕਿ ਪੂਰੇ ਆਲ ਇੰਡੀਆ ਗੁਰਦੁਆਰਾ ਐਕਟ ਦੀ, ਯਾਨੀ ਕਿ ਜਿਹੜੀ ਚੀਜ਼ ਇੱਕ ਦੇਣੀ ਹੈ ਉਹ ਦੇਣ ਦੀ ਬਜਾਏ ਉਹਦੇ ਨਾਲ ਇੰਨੀਆਂ ਚੀਜ਼ਾਂ ਹੋਰ ਖੋਹ ਲੈਣੀਆਂ ਜਿਹੜੀਆਂ ਕਿ ਉਹ ਮੰਗਣ ਜੋਗੇ ਹੀ ਨਾ ਰਹਿਣ। ਇਹ ਤਾਂ ਮੁੱਖ ਮੰਗਾਂ ਹੈ। ਸਭ ਤੋਂ ਇੱਕ ਵੱਡੀ ਜਿਹੜੀ ਮੰਗ ਹੈਗੀ ਹੈ ਉਹ ਸੀਗੀ ਅੱਜ ਦੀ ਡੇਟ ਵਿੱਚ ਵੀ ਕਿ ਜਿਹੜੇ ਪੰਜਾਬੀ ਇਲਾਕੇ ਨੂੰ, ਇਹਨੂੰ ਸਹੀ ਪੰਜਾਬ ਬਣਾਓ, ਇਹਨੂੰ ਉਹ ਫਿਰਕਾ ਪ੍ਰਸਤੀ ਦੇ ਵਿੱਚ ਨਾ ਰੱਖੋ ਔਰ ਸਿੱਖਾਂ ਨੂੰ ਤਸਲੀਮ ਕਰੋ ਕਿ ਸਿੱਖ ਇੱਕ ਆਜ਼ਾਦ ਕੌਮ ਹੈ, ਗੁਰੂ ਸਾਹਿਬ ਕਿਸੇ ਦੇ ਵਿਰੋਧ ਨਹੀਂ। ਹੁਣ ਇਹ ਕਹਿਣਾ ਜੀ ਕਿ RSS ਕਹਿੰਦੀ ਹੈ ਕਿ ਮੰਨਦੀ ਹੈ, ਸਿੱਖਾਂ ਨੇ RSS ਦੇ ਸਰਟੀਫਿਕੇਟ ਦੀ ਲੋੜ ਨਹੀਂ। ਗੁਰਬਾਣੀ ਦਾ, ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ, ਵਰਤ ਰਹੋ ਨਾ ਮਹਿਰਮ ਦਾਨਾ, ਤਿਸਸੇ ਵੀ ਜੋ ਰਖੇ ਨੇ ਦਾਨਾ, ਏਕ ਗੁਸਾਈ ਅੱਲੋ ਮੇਰਾ, ਹਿੰਦੂ ਤੁਰਕ ਦੋਹਾਂ ਨੇ ਬੇਰਾ, ਪੂਜਾ ਕਰੋ ਕਿ ਨਿਵਾਜ ਗੁਜ਼ਾਰੋ, ਏਕ ਨਿਰੰਕਾਰਲੇ ਹਿਰਦੇ ਸਮਾਰੋ। ਉਹਨਾਂ ਨੇ ਅੱਗੇ ਕਹਿਤਾ, ਨਾ ਹਮ ਹਿੰਦੂ ਨਾ ਮੁਸਲਮਾਨ, ਅਲੋ ਰਾਮ ਕੇ ਪਿੰਡ ਪ੍ਰਾਨ, ਹਮਰਾ ਝਗੜਾ ਰਾਹ ਨਾ ਕਹੂ, ਪੰਡਤ ਮੁੱਲਾ ਛਾੜੇ ਦਊ, ਪੰਡਤ ਮੁੱਲਾ ਜੋ ਲਿਖ ਦਿਆ, ਛੋੜ ਚਲੇ ਹਮ ਕਿਛੂ ਨਾ ਲਿਆ। ਸਿੱਖ ਹਰ ਕਿਸੇ ਦੇ ਲਈ ਕੁਰਬਾਨੀ ਕਰ ਰਹੇ। ਗੁਰੂ ਤੇਗ ਬਹਾਦਰ ਜੀ ਦਾ ਇਹ ਦਿਨ ਮਨਾਇਆ ਜਾ ਰਿਹਾ ਹੈ, ਇਹ ਸਾਲ ਮਨਾਇਆ ਜਾ ਰਿਹਾ, ਉਹ ਤੇ ਦੂਜੇ ਲਈ ਕੁਰਬਾਨੀ ਕਰਨ ਨੂੰ ਤਿਆਰ ਹੈ, ਅੱਜ ਵੀ ਤਿਆਰ ਹੈ, ਪਰ ਸਾਨੂੰ ਸਿੱਖ ਤਾਂ ਰਹਿਣ ਦਿੱਤਾ ਜਾਏ। ਇੱਕ ਲਾਈਨ ਬੜੀ ਕਮਾਲ ਦੀ ਹੈ, ਨਾਦਰ ਦੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਉਹਨੇ ਨਾਦਰ ਸ਼ਾਹ ਨੇ ਪੁੱਛਿਆ ਸੀ, ਜਿਹੜਾ ਗਵਰਨਰ ਸੀ, ਉਹਨੂੰ ਪੁੱਛਿਆ ਕਿ ਇਹਨਾਂ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਚੜਾਇਆ ਜਾ ਸਕਦਾ। ਉਹ ਕਹਿੰਦਾ ਇਹਨੂੰ ਇੱਕ ਗੱਲ ਹੈ, ਇਹਨੂੰ ਹਿੰਦੂ ਕਹਿ ਦੇ ਚੜੇਗਾ।
ਹਿੰਦੂ ਕਹੇ ਤੇ ਖਿਜਤ ਵਧੇਰਾ, ਬਹੁਤ ਖਿਜਦਾ ਹੈਗਾ। ਮਗਰ ਇਹ ਕਿਉਂ ਖਿਜਾਣਾ ਚਾਹੁੰਦੇ ਆ? ਕਿਉਂ ਨਹੀਂ ਧਾਰਾ 25 ਦੀ ਜਿਹੜੀ ਸੁਪਰੀਮ ਕੋਰਟ ਦੇ ਜੱਜ ਨੇ ਪਾਸ ਕੀਤੀ ਹੈ, ਉਹ ਇੱਕ ਲਾਈਨ ਦੀ ਕਲੈਰੀਫਿਕੇਸ਼ਨ ਹੈਗੀ ਹੈ ਕਿ ਜਿੱਥੇ ਵੀ ਉਹ ਹਿੰਦੂ ਲਫ਼ਜ਼ ਹੈ ਉਹਦੇ ਨਾਲ ਹਿੰਦੂ, ਸਿੱਖ, ਬੌਧ, ਜੈਨ ਲਿਖ ਦਿੱਤਾ ਜਾਏ, ਉਹ ਝਗੜਾ ਮੁੱਕ ਜਾਂਦਾ। ਉਹ ਨਹੀਂ ਕਰਨਾ। ਔਰ ਦੂਜੀ ਜਿਹੜੀ ਹੈਗੀ ਹੈ, ਇਹਦਾ ਹੱਲ ਜਿਹੜਾ ਹੈਗਾ ਉਹ, ਮੈਂ ਅਗਰ ਤੁਸੀਂ ਇਜਾਜ਼ਤ ਦਿਓ, ਖੁਸ਼ਵੰਤ ਸਿੰਘ, ਹਾਲਾਂ ਉਹ ਕੋਈ ਅਕਾਲੀ ਨਹੀਂ ਸੀ, ਕੋਈ ਪੰਥਕ ਨਹੀਂ ਸੀ, ਉਸ ਦੀ ਕਿਤਾਬ ਹੈ ਹਿਸਟਰੀ ਆਫ ਦਾ ਸਿੱਖਸ। ਖੁਸ਼ਵੰਤ ਸਿੰਘ ਦੇ ਦੋ ਰੂਪ ਹੈ। ਜਦੋਂ ਐਜ਼ ਏ ਜਰਨਲਿਸਟ ਹੈ, ਉਸ ਤੋਂ ਮਾੜਾ ਕੋਈ ਨਹੀਂ ਲਿਖ ਸਕਦਾ। ਆਮ ਅੱਜ ਕੱਲ ਦੇ ਜਿਹੜਾ ਚੱਲ ਰਿਹਾ ਸਿਸਟਮ ਉਦਾਂ ਦਾ ਸੀਗਾ। ਮਗਰ ਜਦੋਂ ਉਹਨੇ ਹਿਸਟਰੀ ਲਿਖੀ ਹੈ, ਉਸ ਤੋਂ ਅੱਛੀ ਕਿਤਾਬ ਸ਼ਾਇਦ ਮੇਰਾ ਖਿਆਲ ਹੈ ਖੁਸ਼ਵੰਤ ਸਿੰਘ ਦੀ ਹਿਸਟਰੀ ਆਫ ਦਾ ਸਿੱਖਸ 2 ਵਾਲੀਅਮ ਤੋਂ। ਉਹਨੇ ਖੁਸ਼ਵੰਤ ਸਿੰਘ ਕਹਿੰਦਾ, ਲੱਗਦਾ ਇਦਾਂ ਜਿਵੇਂ ਕੋਈ ਬਿਲਕੁਲ ਹੂ ਬਹੂ ਲੈਂਗੁਏਜ ਉਦਾਂ ਦੀ ਹੈ ਜਿਹੜੀ ਸਿੱਖ ਹੋਮਲੈਂਡ ਦੀ ਸੀ, ਕਿ ਵੀ ਡਿਮਾਂਡ ਇੰਟਰਨਲ ਆਟੋਨੋਮੀ, ਜਿਹੜੀਆਂ ਸਾਡੇ ਰਾਈਟਸ ਹੈ ਉਹਦੀ ਕਨਸਟੀਟਿਊਸ਼ਨਲ ਗਾਰੰਟੀ ਦਿੱਤੀ ਜਾਏ ਵਿਦ ਇਨ ਇੰਡੀਆ ਐਂਡ ਵਿਦ ਇਨ ਦੀ ਇੰਡੀਅਨ ਕਨਸਟੀਟਿਊਸ਼ਨ, ਅੰਡਰ ਦੀ ਇੰਡੀਅਨ ਕਨਸਟੀਟਿਊਸ਼ਨ। ਇਹ ਮੰਗ ਹੈ। ਖੁਸ਼ਵੰਤ ਸਿੰਘ ਲਿਖਦੇ ਆ, ਕਹਿੰਦਾ the only chance of survival of the Sikhs as a separate community is to create a state in which they form a compact group where the teachings of Gurmukhi and Sikh religion is compulsory and where there is atmosphere of respect for the traditions of the Khalsa forefathers। ਉਹ ਕਹਿੰਦੇ ਇੱਕ ਐਸਾ ਇੱਕ ਢਾਂਚੇ ਦੀ, ਇੱਕ ਐਸੀ ਸਟੇਟ ਦੀ ਜਿਹਦੇ ਸਿੱਖ ਮੈਜੋਰਿਟੀ ਸਟੇਟ, ਜਿਹੜੀ ਸਿੱਖ ਸਟੇਟ ਹੋਏ, ਸਿੱਖਾਂ ਦਾ ਵਸੋਂ ਹੋਏ, ਜਿਹਦੇ ਵਿੱਚ ਗੁਰਮੁਖੀ ਤੇ ਜਿਹੜੀਆਂ ਸਿੱਖੀ ਦੀਆਂ ਉਹ ਕਨਸਟੀਟਿਊਸ਼ਨਲ ਉਹਦੀ ਪ੍ਰੋਵੀਜ਼ਨ ਹੋਏ, ਔਰ ਤਾਂ ਕਿ ਉਹਨਾਂ ਦੇ ਫੋਰ ਫਾਦਰਸ ਜਿਹੜੇ ਹੈ, ਵਿਰਸਾ ਜਿਹੜਾ ਉਹਨੂੰ ਪ੍ਰਜਵਲਿਤ ਕਰਨ, ਉਸ ਨੂੰ ਉਹ ਸਮਝ ਸਕਣ। ਇਹੀ ਤਰੀਕਾ। ਨਹੀਂ ਤਾਂ ਉਹ ਹਰ ਚੀਜ਼ ਨੂੰ ਉਹਨੇ ਫਿਰ ਹੋਰ ਬੜੀ ਲੰਬਾ ਦਿੱਤਾ ਕਿ ਕੀ ਹੋ ਰਿਹਾ, ਕਿ ਜਿੱਥੇ ਸਿੱਖ ਇਕੱਠੇ ਹੈਗੇ ਆ ਉੱਥੇ ਤੇ ਵੱਖਰੀ ਹੈ, ਪਰ ਜਿੱਥੇ ਫਿਰ ਘਟਦੇ ਜਾਂਦੇ ਆ ਫਿਰ ਉਹ ਪੰਜਾਬੀ ਲੈਂਗੁਏਜ ਵੀ ਚਲੀ ਜਾਏਗੀ, ਗੁਰਮੁਖੀ ਵੀ ਚਲੀ ਜਾਏਗੀ, ਸਿੱਖ ਟ੍ਰੈਡੀਸ਼ਨਸ ਵੀ ਚਲੀਆਂ ਜਾਣਗੀਆਂ, ਔਰ ਸਿੱਖ ਇਤਿਹਾਸ, ਧਰੋਧਰ ਸਭ ਕੁਝ ਖਤਮ ਹੁੰਦਾ ਜਾਏਗਾ। ਇਹ ਖੁਸ਼ਵੰਤ ਸਿੰਘ ਦੀ। ਜੀ ਲਾਂਬਾ ਸਾਹਿਬ, ਤੁਸੀਂ ਬਹੁਤ ਜ਼ਿਆਦਾ ਵਿਸਥਾਰ ਨਾਲ ਦੱਸਿਆ। ਮੈਨੂੰ ਤਾਂ ਅਜੋਕੇ ਦੌਰ ਦੇ ਵਿੱਚ ਲੱਗਦਾ ਹੈ ਕਿ ਜਿਸ ਸਟੇਟ ਦੀ ਰਾਜਧਾਨੀ ਵੀ ਨਹੀਂ ਦਿੱਤੀ, ਉਹਨੂੰ ਹੋਰ ਕੀ ਦੇਣਾ ਸੀ। ਜਿੱਥੇ ਸਾਡੇ ਆਪਣੇ ਰਾਜ ਕਰਨ ਵਾਲਿਆਂ ਨੇ ਭਾਸ਼ਾ ਆਧਾਰਿਤ ਬਣੀਆਂ ਯੂਨੀਵਰਸਿਟੀਜ਼ ਦੀ ਕਦੇ ਸਾਰ ਨਹੀਂ ਲਈ। ਸਾਡੇ ਕਿਤੇ ਪੰਜਾਬੀ ਨਾਲ ਸੰਬੰਧਿਤ ਰਿਸਰਚ ਦੀ ਗੱਲ ਕਰੋਗੇ ਤਾਂ ਮਹਿਜ ਖਾਨਾ ਪੂਰਤੀ ਤੇ ਰਸਮ ਤੱਕ ਸੀਮਤ, ਜੋ ਲਿਖਿਆ ਪੜ੍ਹਿਆ ਜਾ ਰਿਹਾ। ਜੇ ਤੁਸੀਂ ਉਹਨੂੰ 4 ਪੇਪਰਾਂ ਤੱਕ ਚਲੇ ਜਾਓ, 4 ਸਫ਼ੇ ਕਿਸੇ ਕਿਤਾਬ ਦੇ ਪੜ੍ਹ ਲਓ, 5ਵਾਂ ਤੁਸੀਂ ਸੋਚਦੇ ਹੋ ਵੀ ਇਹਨੂੰ ਨਾ ਹੀ ਪੜ੍ਹਿਆ ਜਾਵੇ ਤੇ ਚੰਗਾ ਹੈ। ਅਸੀਂ ਲੋਕ ਮਿਹਨਤੀ ਨਹੀਂ ਰਹੇ, ਜਾਂ ਸਾਨੂੰ ਲੋਕਾਂ ਨੂੰ ਅੱਜ ਹੋਰ ਚਾਟੇ ਲਾ ਲਿਆ ਗਿਆ। ਸਾਡੀਆਂ ਆਪਣੀਆਂ ਸਰਕਾਰਾਂ ਇਸ ਖਿੱਤੇ ਦੇ ਵਿੱਚ ਜਿਹੜਾ ਛੋਟਾ ਜਿਹਾ ਸੂਬਾ ਬਣੀਆਂ ਨੇ, ਉਹ ਤਾਂ ਆਪਣੇ ਹੀ ਸੀ ਨਾ, ਸਾਰੇ ਘਰੋਂ ਬਾਹਰੋਂ ਆਪਣੇ ਸੀ। ਉਹਨਾਂ ਸਾਰਿਆਂ ਨੇ ਕਦੇ ਤਵੱਜੋ ਹੀ ਨਹੀਂ ਦਿੱਤੀ ਬੁਨਿਆਦੀ ਸਾਡੇ ਕਲਚਰ ਨੂੰ ਬੁਨਿਆਦੀ ਤੌਰ ਤੇ ਸਮਝਣ ਲਈ। ਯੂਨੀਵਰਸਿਟੀਜ਼ ਦੀ ਸਥਾਪਨਾ ਜੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਬਣੀ ਹੈ, ਜਾਂ ਭਾਸ਼ਾ ਦੇ ਨਾਂ ਤੇ ਪੰਜਾਬੀ ਯੂਨੀਵਰਸਿਟੀ ਬਣੀ ਹੈ, ਇਹਨਾਂ ਦੋਨਾਂ ਦੇ ਵਿੱਚ ਇਹ ਮੁੱਢਲਾ ਕਾਰਜ ਮੈਨੂੰ ਲੱਗਦਾ ਅਜੇ ਹੋਣਾ ਹੈ। ਹਾਲਾਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ ਹੀ ਇਸੇ ਤਰੀਕੇ ਨਾਲ ਹੈ। ਔਰ ਉੱਥੇ ਜੇ ਅਸੀਂ ਭਾਸ਼ਾ ਵਿਭਾਗ ਦੇ ਦਫ਼ਤਰਾਂ ਦੀ ਗੱਲ ਕਰੀਏ, ਅੱਜ ਇਸ ਵੇਲੇ ਜਿਹੜੀ ਸਾਡੀ ਹੋਂਦ ਤੇ ਪਹਿਲਾ ਹਮਲਾ ਹੈ ਉਹ ਸਾਡਾ ਆਪਣਾ ਹਮਲਾ ਹੈ। ਇਹ ਘਵਾੜਾ ਵੀ ਸਾਡਾ ਹੈ, ਦਸਤਾ ਵੀ ਸਾਡਾ ਹੈ, ਪਰ ਕਹੀਏ ਕਿਹਨੂੰ। ਹਾਲਾਂਕਿ ਅਜੇ ਵੀ ਦਰਿਆਵਾਂ ਦੇ ਮਾਮਲੇ, ਅਜੇ ਵੀ ਭਾਸ਼ਾ ਨਾਲ ਜੁੜੇ ਖਿੱਤਿਆਂ ਦੇ ਮਾਮਲੇ, ਅਜੇ ਵੀ ਸਾਡੀ ਜਿਹੜੀ ਆਟੋਨਮੀ ਦੀ ਗੱਲ ਆ, ਸਾਡੇ ਜਿਹੜੇ ਪੈਸੇ ਰੋਕ ਲਏ ਜਾਂਦੇ ਆ, ਜਾਂ ਬਾਕੀ ਚੀਜ਼ਾਂ, ਮੈਨੂੰ ਇੰਝ ਲੱਗਦਾ ਕਿ ਘੱਟ ਗਿਣਤੀ ਦਾ ਇਹ ਇੱਕ ਆਪਣਾ ਹੀ ਮਸਲਾ ਹੈ। ਔਰ ਇਹਨੂੰ ਵਾਕਈ ਇਹਨੂੰ ਅਸੀਂ ਪਰਸਪਰ ਵਿਰੋਧਾਂ ਦੀ ਰਾਜਨੀਤੀ ਚ ਨਾ ਵੀ ਫੜੀਏ ਤਾਂ ਮੈਂ ਕਈ ਵਾਰੀ ਸੋਚਦਾ ਹੁੰਦਾ ਹੈ ਕਿ ਜੇ ਤੁਸੀਂ ਇਤਿਹਾਸ ਦੱਸਣ ਲੱਗ ਜਾਂਦੇ ਹੋ, ਫਿਰ ਮੈਨੂੰ ਇੰਝ ਲੱਗਦਾ ਕਿ ਇਸ ਦੌਰ ਦੇ ਵਿੱਚ ਤਾਂ ਕੱਖ ਵੀ ਨਹੀਂ ਹੋਇਆ। ਇਹ ਤਾਂ ਬਹੁਤ ਛੋਟੀ ਗੱਲ ਆ। ਜੋ ਪਿੱਛੇ ਪਿਆ, ਦਫਨ ਹੋ ਗਿਆ, ਉਹ ਤਾਂ ਬਹੁਤ ਭਿਆਨਕ ਸੀ। ਕਈ ਚੀਜ਼ਾਂ ਐਸੀਆਂ ਹੁੰਦੀਆਂ। ਸੋ ਜਾਂਦੇ ਕੁਝ ਕਹੋਗੇ? ਮੈਨੂੰ ਲੱਗਦਾ ਅਸੀਂ ਕਾਫੀ ਅੱਗੇ ਲੰਘ ਆਏ। ਗੱਲ ਇਹ ਹੈ ਕਿ 2 ਗੱਲਾਂ ਹੈਗੀਆਂ। ਮੇਰੀ ਕਿਤਾਬ ਸੀ, ਹਰਤੋਸ਼ ਬੱਲ ਜਿਹੜੇ ਸੀਨੀਅਰ ਐਨਾਲਿਸਟ ਹੈਗੇ ਪੋਲੀਟੀਕਲ, ਉਹਨਾਂ ਨੇ ਉਹਦੇ ਫੋਰਵਰਡ 'ਚ ਲਿਖਿਆ ਸੀ ਕਿ ਸਾਡੀਆਂ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਆਜ਼ਾਦੀ ਦੀ ਦੇਣ ਹੈ, ਪਹਿਲੀ ਗੱਲ ਤਾਂ। ਕਿਉਂਕਿ ਉਸ ਦੇ ਬਾਅਦ ਸਰਕਾਰਾਂ ਨੂੰ ਬੜਾ ਆਸਾਨ ਤਰੀਕਾ ਲੱਭ ਗਿਆ ਕਿ ਜਿਵੇਂ ਤੁਸੀਂ ਕਿਹਾ
ਦਸਤਾ ਵੀ ਤੇ ਕੁਹਾੜਾ ਵੀ, ਉਹ ਸਾਡੇ ਅਗਰ ਠੀਕ ਹੁੰਦਾ ਸਿਸਟਮ, ਜਿਹੜਾ ਅਗਰ ਗੁਰਦੁਆਰਾ ਨਿਜ਼ਾਮ ਠੀਕ ਹੁੰਦਾ, ਪਰ ਗੁਰਦੁਆਰਾ ਨਿਜ਼ਾਮ ਦੇ ਵਿੱਚੋਂ ਇੱਕ ਪੌੜੀ ਦੇ ਤੌਰ ਤੇ ਵਰਤਿਆ ਵਧਿਆ, ਇਹਦੇ ਵਿੱਚੋਂ ਫਿਰ MLA ਔਰ ਦੂਜੇ ਹੋਏ। ਸਿੱਖਾਂ ਦੀ ਇੱਕ ਮੰਗ ਸੀ ਵੱਡੀ, ਗੁਰਦੁਆਰਿਆਂ ਵਿੱਚ ਸਰਕਾਰੀ ਦਖਲ ਨਾ ਹੋਏ। ਸਰਕਾਰੀ ਦਖਲ ਸੀ, ਸਰਕਾਰੀ ਦਖਲ ਕੇਵਲ ਮਹਿਦੂਦ ਕਾਂਗਰਸ ਜਾਂ BJP ਤੱਕ ਨਹੀਂ, ਅਗਰ ਅਕਾਲੀ ਸਰਕਾਰ ਹੈ ਉਹਦਾ ਦਖਲ ਵੀ ਨਹੀਂ ਹੋਣਾ ਚਾਹੀਦਾ, ਕਿਸੇ ਸਰਕਾਰ ਦਾ ਦਖਲ ਨਹੀਂ ਹੋਣਾ ਚਾਹੀਦਾ, ਪਰ ਉਹ ਲਾਗੂ ਨਹੀਂ ਹੋਇਆ। ਇਹ ਜਿਹੜੀ ਗੱਲ ਹੈ। ਤੇ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਜਿਹੜੀ ਲੱਗਦੀ ਹੈ ਕਿ ਅਗਰ ਜਿਹੜੀਆਂ ਉਹ ਮੀਟਿੰਗਾਂ ਹੋਈਆਂ, ਮੈਂ ਤਾਂ ਉਸ ਨੂੰ ਬਾਰ-ਬਾਰ ਮੇਰੇ ਜ਼ਿਹਨ ਚ ਆਉਂਦਾ, ਉਹਨੂੰ ਅਗਰ ਉਹਨਾਂ ਮੀਟਿੰਗਾਂ ਦੇ ਹਵਾਲੇ ਨਾਲ ਹੀ ਦੇਖਿਆ ਜਾਏ ਤਾਂ ਇੱਕ ਸ਼ੇਰ ਜਿਹੜਾ ਸੀਗਾ ਉਹ ਪਾਰਲੀਮੈਂਟ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮੁਖਾਤਬ ਕਰਕੇ ਕਿਹਾ ਸੀ ਕਿ ਤੂੰ ਇਧਰ ਉਧਰ ਕੀ ਬਾਤ ਨਾ ਕਰ, ये बता के काफिला लुटा क्यों, हमें राहज़नी का गम नहीं, हमें तेरी रहबरी का सवाल है। ਤੇ ਜਿਹੜਾ ਮਸਲਾ ਹੈਗਾ ਉਹ ਇਦਾਂ ਲੱਗਦਾ ਹੈ, ਜੇ ਕੁਰਬਾਨੀਆਂ ਇਤਿਹਾਸ ਔਰ ਜੋ ਕੁਝ ਹੋ ਚੁੱਕਾ ਹੈ ਉਹਨੂੰ ਅਗਰ ਦੇਖੀਏ ਤਾਂ ਇਦਾਂ ਲੱਗਦਾ ਹੈ कि गुलिस्तान को लहू की जरूरत पड़ी, सबसे पहले ही गर्दन हमारी कटी, फिर भी कहते हैं मुझसे ये हैले चमन, ये चमन है हमारा तुम्हारा नहीं है। ये बात होती गुलों तक तो सह भी लेते, अब तो कांटों पे भी हक हमारा नहीं है। ये ਜਿਹੜੀ ਤਰਾਸਦੀ ਹੈ, ਇਹਦੇ ਵਿੱਚ ਬੜੀ ਛੋਟਾ ਜਿਹਾ ਮਸਲਾ ਹੈ, ਭਾਰਤ ਸਰਕਾਰ ਕਰ ਸਕਦੀ ਹੈ ਕੇਵਲ ਅਗਰ ਉਹਨਾਂ ਨੂੰ ਆਪਣਾ ਸਬਜੈਕਟ ਸਮਝੇ, ਇੱਕ ਰਈਅਤ ਸਮਝੇ। ਅੰਗਰੇਜ਼ਾਂ ਨੇ ਜਦੋਂ ਸਿੱਖਾਂ ਨਾਲ ਮੁਲਾਕਾਤ ਕੀਤੀ ਸੀ, ਉਹਨਾਂ ਨਾਲ ਪੰਗੂ ਨਾਲ, ਉਹਦੇ ਬਾਅਦ ਉਹਨੇ ਅਕਟਰ ਲੋਣੀ ਨੇ ਲਿਖਿਆ ਸੀ ਕਿ ਇਹ ਜਿਹੜੇ ਬੰਦੇ ਹੈ ਇਹਨਾਂ ਨੂੰ ਰਈਅਤ ਬਣਾ ਲਓ, ਇਹ ਤੁਹਾਡੇ ਇਹਨਾਂ ਨੂੰ ਦੋਸਤ ਬਣਾ ਲਓ, ਇਹ ਤੁਹਾਡੇ ਨਾਲ ਰਹਿਣਗੇ, ਜਾਨ ਦੇਣਗੇ। ਇਹਨਾਂ ਨੂੰ ਰਈਅਤ ਬਣਾਉਣ ਦੀ ਕੋਸ਼ਿਸ਼ ਕਰੋਗੇ ਜਾਂ ਰੈਬਲ ਹੋ ਜਾਣਗੇ ਜਾਂ ਰੂਲਰ ਹੋ ਜਾਣਗੇ। ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਈਨ ਨਾ ਮੰਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੇ। ਅਸਲ ਵਿੱਚ ਸਰਕਾਰਾਂ ਬਲੂ ਸਟਾਰ ਵੇਲੇ ਵੀ ਉਹ ਸਾਡੇ ਲੀਡਰਾਂ ਦਾ ਕਿਰਦਾਰ ਵੇਖ ਕੇ ਉਹਨੂੰ ਕੌਮੀ ਕਿਰਦਾਰ ਸਮਝ ਲੈਂਦੀਆਂ। ਕੌਮ ਦੀ ਭਾਵਨਾ ਇਹ ਪੰਥ ਗੁਰੂ ਦਾ ਆ ਗਿਆ ਭਈ ਅਕਾਲ ਕੀ, ਪੰਥ ਗੁਰੂ ਨੇ ਬਣਾਇਆ, ਲੀਡਰਾਂ ਵੱਲ ਦੇਖ ਕੇ ਪੰਥ ਨੂੰ ਨਾ ਸਮਝੋ। ਪੰਥ ਦੀ ਭਾਵਨਾ ਜਿਹੜੀ ਹੈ, ਹੱਲ ਇਹ ਹੈ ਕਿ ਇੱਕ ਤਰੀਕਾ ਤੇ ਮੁਜ਼ਾਕਰਾਤ ਦਾ, ਜਿਹੜੀ ਗੱਲਬਾਤ ਦਾ ਮੁਕਾਲਮੇ ਦਾ, ਜਿਸ ਨੂੰ ਗੱਲਬਾਤ ਕੀਤੀਆਂ ਔਰ ਉਹ ਦੇਖ ਲਿਆ ਕੀ ਹੋਇਆ। 75 ਸਾਲ ਹੋ ਗਏ। ਮੈਨੂੰ ਯਾਦ ਆਉਂਦੀ ਹੈ, ਇੱਕ ਦਰਜੀ ਸੀਗਾ, ਕਿਸੇ ਨੇ ਆਪਣੇ ਵਿਆਹ ਦਾ ਸੂਟ ਦਿੱਤਾ, ਕਹਿੰਦਾ ਮੈਨੂੰ ਦੇ ਦੇਈ, ਮੇਰੇ ਅਗਲੇ ਹਫਤੇ ਵਿਆਹ। ਉਹਦੇ ਬਾਅਦ ਦਾ ਵਿਆਹ ਹੋ ਗਿਆ, ਉਹਨੂੰ ਕਾਫੀ ਲੰਬਾ ਚੌੜਾ ਕਿੰਨੀ ਵਾਰੀ ਗਿਆ, ਉਹ ਨਹੀਂ ਦਿੱਤਾ। ਅੱਗੋਂ ਉਹਦੇ ਮੁੰਡੇ ਦਾ ਵਿਆਹ ਆ ਗਿਆ, ਉਹਦੀ ਪਰਚੀ ਨਿਕਲ ਆਈ, ਕਹਿੰਦਾ ਚਲੋ ਮੇਰਾ ਸੂਟ ਬਣਿਆ ਲੈ ਦਿੰਦਾ। ਉਹ ਗਿਆ ਤੇ ਉਹਦੇ ਨਾਲ ਕਹਿੰਦਾ ਨਹੀਂ ਬਸ ਪ੍ਰੈਸ ਹੋਣਾ ਬਾਕੀ ਹੈ ਤੇ ਥੋੜੀ ਦੇਰ ਦੇ ਦੇ। ਉਹ ਲੜਨ ਲੱਗ ਪਿਆ ਤੇ ਉਹਦੀ ਵੋਟੀ ਕਹਿੰਦੀ ਹੈ ਜਿਹੜਾ ਐਡਾ ਕਾਲਾ ਬੰਦਾ ਹੋਏਗਾ ਕਿ ਇਹਦਾ ਕੱਪੜੇ ਨਾ ਲਿਆ ਕਰ, ਜਿਹਨੂੰ ਇੰਨਾ ਨਹੀਂ ਸਬਰ ਹੈਗਾ ਕਿ ਤੂੰ ਕਹਿ ਰਿਹਾ ਥੋੜੀ ਦੇਰ। ਸੋ 75 ਸਾਲ ਹੋ ਗਏ, ਸਾਨੂੰ ਹੋਰ ਦੱਸੋ ਕਿੰਨੀ ਦੇਰ ਅਸੀਂ ਠੂਠਾ ਫੜ ਕੇ ਖੜੇ ਰਾਂਗੇ। ਸੋ ਪਹਿਲਾ ਤੇ ਇੱਕ ਮੁਜ਼ਾਕਰਾਤ ਦਾ, ਗੱਲਬਾਤ ਦਾ ਸੀਗਾ, ਤੇ ਦੂਸਰਾ ਜਿਹੜਾ ਸੀਗਾ ਮੋਰਚਿਆਂ ਦਾ, ਉਹ ਅਕਾਲੀ ਦਲ ਦੀ ਇੱਕ ਪਾਲਿਸੀ ਸੀ, ਇੱਕ ਉਹਨਾਂ ਦੀ ਪਾਵਰ ਸੀ, ਜਿਹੜਾ ਕਿ ਉਹਨਾਂ ਨੇ ਭਾਵੇਂ ਕਹਿ ਲਿਆ ਜਾਏ ਕਿ ਮਹਾਤਮਾ ਗਾਂਧੀ ਤੋਂ ਲਿਆ, ਉੱਥੋਂ ਲੈ ਕੇ ਕੀਤਾ, ਮਗਰ ਉਹ ਵੀ ਤੁਸੀਂ ਦੇਖੋ ਉਹਦਾ ਫਲ ਵੀ ਸਾਹਮਣੇ ਹੈ ਕਿਸ ਤਰੀਕੇ ਨਾਲ ਹੋਇਆ। ਪਰ ਅਕਾਲੀ ਦਲ ਨੇ 1984 ਚ ਮੋਰਚਿਆਂ ਛੱਡ ਦਿੱਤਾ। ਗੁਰਬਾਣੀ ਵਿੱਚ ਵੀ ਔਰ ਹਿੰਦੀ ਸਾਹਿਤ 'ਚ ਮੋਰਚਾ ਜੰਗ ਨੂੰ ਕਹਿੰਦੇ ਆ। ਮੋਰਚਾ ਅਕਾਲੀ ਦਲ ਦੇ ਮੋਰਚਿਆਂ ਨੂੰ ਮੋਰਚਾ ਲੱਗ ਚੁੱਕਾ, ਜੰਗ ਲੱਗ ਚੁੱਕਾ, ਉਹ ਨਹੀਂ ਹੋਇਆ ਕਿਸੇ ਗੱਲ ਦੇ ਉੱਤੇ। ਤੇ ਤੀਜਾ ਜਿਹੜਾ ਹੈਗਾ ਸੀ ਉਹ 18ਵੀਂ ਸਦੀ ਦਾ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਝੁਕਾਰ ਜ਼ਮਾ ਹਿਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਸ਼ਮਸ਼ੀਰੇ ਦਾਸ। ਉਹ ਜਿਹੜਾ ਸਮਾਂ, ਜਿਹੜੇ ਬਦਲੇ ਹੋਏ ਸਮੇਂ ਵਿੱਚ ਸੰਸਾਰ ਦੇ ਸੈਟਅਪ ਦੇ ਵਿੱਚ ਉਹ ਪੋਸੀਬਲ ਨਹੀਂਗਾ। ਸੋ ਦੋ ਚੀਜ਼ਾਂ, ਜਾਂ ਤਾਂ ਗੱਲਬਾਤ ਤੇ ਜਾਂ ਮੋਰਚੇ। ਇਹ ਹੁਣ ਸਰਕਾਰ ਦੇ ਉੱਤੇ ਹੈ ਕਿ ਕਿਸ ਤਰੀਕੇ ਨਾਲ ਜੇ ਕਰਨਾ ਹੈ ਕਿ ਨਹੀਂ ਕਰਨਾ। ਚਲੋ ਘੱਟੋ ਘੱਟ ਇੱਕ ਵਾਰੀ ਕਰ ਦੇਣੋ। ਮੇਰਾ ਇੱਕ ਦੋਸਤ ਕਹਿੰਦਾ ਹੁੰਦਾ ਸੀ, ਪੰਜਾਬ ਗਵਰਨਮੈਂਟ ਗੁੱਡ ਗਵਰਨਮੈਂਟ, ਟੁਡੇ ਅਪਲਾਈ ਟੁਮਾਰੋ ਰਿਪਲਾਈ, ਨੋ ਵੈਕੈਂਸੀ। ਮਦਰਾਸ ਗਵਰਨਮੈਂਟ ਵਟ ਗਵਰਨਮੈਂਟ, ਅਪਲਾਈ ਨੋ ਰਿਪਲਾਈ। ਸੋ ਇਹ ਘੱਟੋ ਘੱਟ ਇਹ ਨਾ ਕਰੋ, ਜੋ ਦੇਣਾ ਦਿਓ, ਨਹੀਂ ਦੇਣਾ ਤੇ ਕਹਿ ਦਿਓ ਕਿ ਤੁਹਾਨੂੰ ਇਸੇ ਤਰ੍ਹਾਂ ਹੀ ਰਹਿਣਾ ਪਏਗਾ। ਔਰ ਫਿਰ ਠੀਕ ਹੈ, ਜਿਹੜੇ ਸਿੱਖਾਂ ਦੇ ਆਗੂ ਜਾਣਾ ਚਾਹੁੰਦੇ ਹੈ, ਮਿਲਦੇ ਹੈ, ਉਹ ਖੁਸ਼ ਰਹਿਣ, ਉਹ ਦੇਈ ਵੀ ਜਾਣ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਉਹ ਜਿਹੜੇ ਮਿਲ ਕੇ ਆਉਂਦੇ ਆ, ਉਹਨਾਂ ਨੇ ਵੀ ਲਿਖੀਆਂ, ਉਹਨਾਂ ਨੇ ਵੀ ਕਹੀਆਂ ਇਹ ਗੱਲਾਂ, ਆਪਣੀਆਂ ਕਿਤਾਬਾਂ 'ਚ ਵੀ ਲਿਖੀਆਂ, ਪਰ ਉਹ ਕਿਤਾਬਾਂ ਤੱਕ ਖਾਨਾ ਪੂਰਤੀ ਹੋ ਚੁੱਕੀ ਹੈ। ਅਮਲੀ ਤੌਰ ਦੇ ਉੱਤੇ ਕੋਈ ਪੇਸ਼ਰਫਤ ਨਹੀਂ ਹੋਈ ਉਹਦੇ ਵਿੱਚ।
ਜੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਲਾਂਬਾ ਸਾਹਿਬ, ਤੁਸੀਂ ਸਮਾਂ ਜੀ ਕੱਢਿਆ ਔਰ ਬਹੁਤ ਬਹੁਤ ਵਿਸਥਾਰ ਦਿੱਤਾ ਹੈ। ਮੇਰੀ ਆਪਣੀ ਜਾਣਕਾਰੀ 'ਚ ਭਰਪੂਰ ਵਾਧਾ ਹੋਇਆ ਤੇ ਮੇਰਾ ਖਿਆਲ ਆ ਕਿ ਜੇ ਕੋਈ ਸਮਾਂ ਕੱਢ ਕੇ ਇਹਨੂੰ ਸੁਣੇਗਾ ਤਾਂ ਨੋ ਡਾਊਟ ਉਹਨੂੰ ਘੱਟੋ ਘੱਟ ਸਿੱਖ ਮਸਲਿਆਂ ਦੀ ਸਮਝ ਜ਼ਰੂਰ ਰਹੇਗੀ, ਇਤਿਹਾਸ ਨਾਲ ਇੱਕ ਝਾਤ ਪਏਗੀ। ਬਹੁਤ ਮਿਹਰਬਾਨੀ। ਇੱਕ ਮੈਂ ਜਾਂਦੇ ਜਾਂਦੇ ਮੈਨੂੰ ਇੱਕ ਲਾਈਨ ਯਾਦ ਆਈ ਹੈ, ਈਸ਼ਰ ਸਿੰਘ ਭਾਈਆ, ਹਾਲਾਂ ਉਹ ਹਾਸਰਸ ਦਾ ਕਵੀ ਸੀ, ਉਹ ਕਦੀ ਪੋਲੀਟੀਕਲ ਨਹੀਂ ਸੀ ਲਿਖਦੇ, ਪਰ ਉਹਨਾਂ ਨੂੰ ਵੀ ਜੀ ਲਿਖਣਾ ਪੈ ਗਿਆ। ਇਹਦਾ ਮਤਲਬ ਜਦੋਂ ਅਗਰ ਇੱਕ ਹਾਸਰਸ ਦੇ ਕਵੀ ਨੂੰ ਲਿਖਣਾ ਪੈ ਜਾਏ, ਉਹਨੇ ਲਿਖਿਆ, ਕਹਿੰਦਾ ਲੋਕਾਂ ਵੰਡੀਆਂ ਪਾ ਕੇ ਮੁਲਕ ਵੰਡ ਲਏ, ਸਾਡੇ ਲਈ ਹੈ ਲੱਡੂਆਂ ਦਾ ਬੂਰ ਨਾਨਕ, ਹੱਥ ਜੋੜ ਕੇ ਆਪਣਾ ਹੱਕ ਮੰਗੀਏ, ਅੱਗੋਂ ਕਹਿੰਦੇ ਨੇ ਉਹ ਹਜ਼ੂਰ ਨਾਨਕ, ਅੱਜ ਸਿੱਖਾਂ ਦੇ ਭੈੜੇ ਦਿਮਾਗ ਅੰਦਰ ਆ ਗਿਆ ਏ ਕੋਈ, ਪੈ ਗਿਆ ਏ ਕੋਈ ਫਤੂਰ ਨਾਨਕ। ਬਹੁਤ 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 ਧੰਨਵਾਦ ਤੁਹਾਡਾ, ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ।